ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਮੋ ਨ੍ਰਿਤ ਨ੍ਰਿਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪਰਭੰਗੀ ਪਰਮਾਥੇ, ਸਮਸਤੀ ਵਿਭੂਤੇ, ਕਲੰਕੰ ਬਿਨਾ ਨਿਕਲੰਕੀ ਸਰੂਪੇ, ਕਲੰਕੰ ਬਿਨਾ ਨਿਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਦੇ, ਨਮੋ ਰਾਜ ਰਾਜਵੇਸ਼ਵਰੰ ਪਰਮ ਬ੍ਰਿਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਤੇ ਸ਼ੋਭਾਇਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਵਾਜ਼ ਥੋੜ੍ਹੀ। ਆਪ ਜੀ ਵਡਭਾਗੇ ਹੋ, ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਅਮੋਲਕ ਮਨੁੱਖੀ ਤਨ ਨੂੰ ਸਫਲ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜਾਪ ਸਾਹਿਬ ਦੀ ਬਾਣੀ ਵਿੱਚੋਂ ਕੁਝ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਆਵਾਜ਼ ਦੇ ਰਿਹਾ, ਸਾਊਂਡ ਫਿਰ ਖਰਾਬ ਕਰਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਜਾਪ ਸਾਹਿਬ ਵਿੱਚ ਬੜੇ ਅਜੀਬ ਢੰਗ ਨਾਲ ਅਕਾਲ ਪੁਰਖ ਦੀ ਉਸਤਤ ਕਰ ਰਹੇ ਨੇ। ਦੋਵੇਂ ਚੀਜ਼ਾਂ ਇਕੱਠੀਆਂ ਕਹੀਆਂ। ਕਹਿੰਦੇ ਹਨ ਕਿ ਜਿੰਨੇ ਵੀ ਇਸ ਸੰਸਾਰ ਵਿੱਚ ਲੋਕ ਨਿਰਤ ਕਰ ਰਹੇ ਨੇ, ਕੋਈ ਸੰਸਾਰ ਦਾ ਨਿਰਤ ਕਰ ਰਿਹਾ, ਕੋਈ ਰੱਬ ਦਾ ਨਿਰਤ ਕਰ ਰਿਹਾ। ਜਿੰਨੀ ਪ੍ਰਕਾਰ ਦੇ ਸੰਸਾਰ ਵਿੱਚ ਲੋਕ ਨੇ, ਆਪੋ ਆਪਣੇ ਢੰਗ ਨਾਲ ਸਾਰੇ ਨੱਚ ਰਹੇ ਨੇ। ਹਜ਼ੂਰ ਕਹਿੰਦੇ ਤੈਨੂੰ ਨਮਸਕਾਰ ਹੈ, ਸਾਰਿਆਂ ਵਿੱਚ ਤੂੰ ਨਿਰਤ ਕਰ ਰਿਹਾ, ਸਾਰਿਆਂ ਵਿੱਚ ਨੱਚ ਰਿਹਾ ਹੈ, ਸਾਰਿਆਂ ਵਿੱਚ ਗਾ ਰਿਹਾ। ਨਾਚ ਦੋ ਤਰ੍ਹਾਂ ਦਾ ਹੈ। ਇੱਕ ਪਾਸੇ ਸੰਸਾਰ ਵਾਸਤੇ ਨੱਚਣਾ, ਇੱਕ ਪਾਸੇ ਗੁਰੂ ਵਾਸਤੇ ਨੱਚਣਾ। ਨੱਚਣ ਦਾ ਮਤਲਬ ਕੇਵਲ ਸਰੀਰਕ ਨਾਚ ਨਹੀਂ। ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਨੇ ਕਿ ਕੁਝ ਲੋਕ ਕਿਵੇਂ ਨੱਚ ਰਹੇ ਨੇ, ਕੁਝ ਸੰਸਾਰ ਵਾਸਤੇ, ਕੁਝ ਨਿਰੰਕਾਰ ਵਾਸਤੇ,
ਭਗਤ ਜੀ ਨੇ ਬਚਨ ਕੀਤੇ, ਕਹਿੰਦੇ ਮਿੱਟੀ ਦਾ ਇੱਕ ਪੁਤਲਾ ਹੈ, ਮਿੱਟੀ ਦਾ ਬੁੱਤ ਹੈ, ਮਨੁੱਖਾ ਸਰੀਰ ਕਹਿੰਦੇ ਸਾਰਾ ਦਿਨ ਨੱਚਦਾ ਹੈ, ਦੌੜਦਾ ਫਿਰਦਾ, ਭੱਜਦਾ ਫਿਰਦਾ, ਬਸ ਜਦੋਂ ਨੀਂਦ ਆਉਂਦੀ ਹੈ ਡਿੱਗ ਪੈਂਦਾ, ਨੀਂਦ ਪੂਰੀ ਹੁੰਦੀ ਹੈ ਫਿਰ ਉੱਠਦਾ, ਫਿਰ ਨੱਚਣ ਲੱਗ ਪੈਂਦਾ, ਦੌੜਨ ਲੱਗ ਪੈਂਦਾ, ਫਿਰ ਭੱਜਣ ਲੱਗ ਪੈਂਦਾ। ਭਗਤ ਜੀ ਨੇ ਬਚਨ ਕੀਤੇ, ਕਹਿੰਦੇ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਮਿੱਟੀ ਦਾ ਇਹ ਪੁਤਲਾ ਹੈ, ਕਿਵੇਂ ਨੱਚ ਰਿਹਾ ਦੇਖੋ, ਇਹਦਾ ਤਰੀਕਾ ਕਿਵੇਂ ਦਾ ਹੈ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। ਦੁਨੀਆ ਵਾਸਤੇ ਨੱਚ ਰਿਹਾ, ਦੁਨੀਆ ਵਾਸਤੇ ਗਾ ਰਿਹਾ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਸੁਣਦਾ ਵੀ ਏ, ਬੋਲਦਾ ਵੀ ਏ, ਦੇਖਦਾ ਵੀ ਏ। ਕੀ ਦੇਖਦਾ, ਕੀ ਸੁਣਦਾ, ਕੀ ਬੋਲਦਾ। ਇਹਦੇ ਤੋਂ ਪਹਿਲਾਂ ਹਜ਼ਾਰਾਂ ਲੋਕ ਇੱਥੇ ਨੱਚ ਕੇ ਗਏ ਨੇ, ਨੱਚਦੇ ਨੱਚਦੇ ਚਲੇ ਗਏ, ਪਰ ਕਿਸੇ ਦਾ ਨਾਚ ਪੂਰਾ ਨਹੀਂ ਹੋਇਆ, ਵਿੱਚ ਹੀ ਰਹਿ ਗਿਆ। ਨੱਚਦਿਆਂ ਨੂੰ ਆ ਕੇ ਰੋਕ ਦਿੱਤਾ ਸਮੇਂ ਨੇ, ਪੂਰਾ ਨਹੀਂ ਨੱਚ ਸਕੇ, ਪੂਰਾ ਨਹੀਂ ਕਰ ਸਕੇ ਸੰਸਾਰ ਦਾ ਕਾਰਜ। ਦੇਖੈ ਦੇਖੈ ਇਹ ਦੋ ਵਾਰੀ ਸ਼ਬਦ ਵਰਤਿਆ, ਜਿਹਦੇ ਅਰਥ ਨੇ ਬੰਦਾ ਦੇਖਦਾ ਵੀ ਇਹ ਚੰਗੀ ਤਰ੍ਹਾਂ, ਫਿਰ ਚੰਗੀ ਤਰ੍ਹਾਂ ਵੇਖਦਾ ਵੀ ਇੱਥੇ ਨੱਚ ਨੱਚ ਕੇ ਬੜੇ ਗਏ, ਕਿਸੇ ਦਾ ਨਾਚ ਪੂਰਾ ਨਹੀਂ ਹੋਇਆ। ਦੇਖੈ ਦੇਖੈ ਸੁਣੈ, ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਵੀ ਹੈ, ਵੀ ਇੱਥੇ ਸੱਚ ਕੀ ਹੈ, ਸਭ ਜਾਣਦਾ ਹੈ। ਮਨ ਜਾਣਤ ਸਭ ਬਾਤ, ਸਭ ਪਤਾ ਹੈ ਇਸਨੂੰ। ਕੋਈ ਤਾਂ ਸੁਣ ਲੈਂਦੇ ਨੇ, ਕੋਈ ਸੁਣ ਸੁਣ ਕੇ ਸਮਝ ਵੀ ਲੈਂਦੇ ਨੇ, ਤਾਂ ਜਿਨ੍ਹਾਂ ਨੂੰ ਬਹੁਤੀ ਸਮਝ ਆ ਜਾਂਦੀ ਉਹ ਛੱਡ ਹੀ ਦਿੰਦੇ ਨੇ, ਵੀ ਹੁਣ ਸੁਣੀਏ, ਹੋਰ ਕੀ ਕਰਨਾ ਤੇ ਹੈ ਨਹੀਂ ਜੋ ਕੋਈ ਸੁਣਿਆ, ਸੁਣ ਸੁਣ ਕੇ ਕਰੀਏ ਕੀ। ਇਸ ਲਈ ਕਈ ਧਾਰਮਿਕ ਬੰਦੇ ਪਹਿਲਾਂ ਪਹਿਲਾਂ ਬੜੇ ਧਾਰਮਿਕ ਸਨ, ਬੜੇ ਕਹਿੰਦੇ ਨੇ ਹੁਣ ਤਾਂ ਗੁਰਦੁਆਰੇ ਵੀ ਨਹੀਂ ਆਉਂਦੇ, ਹੁਣ ਤਾਂ ਕਹਿੰਦੇ ਕੀਰਤਨ ਲੱਗਾ ਹੋਵੇ ਟੀਵੀ ਵਿੱਚ ਉਹ ਵੀ ਬੰਦ ਕਰ ਦਿੰਦੇ। ਮੈਂ ਕਿਹਾ ਕੋਈ ਬੜੀ ਵੱਡੀ ਗੱਲ ਨਹੀਂ, ਉਹਨਾਂ ਨੇ ਸੁਣ ਬਹੁਤਾ ਲਿਆ, ਸਮਝ ਵੀ ਲਿਆ, ਕੀਤਾ ਹੈ ਨਹੀਂ, ਤਾਂ ਹੋਰ ਸੁਣ ਕੇ ਕੀ ਕਰਨਗੇ, ਕਰਨਾ ਤਾਂ ਹੈ ਨਹੀਂ, ਇਸ ਕਰਕੇ ਬੰਦ ਕਰ ਦਿੱਤਾ। ਜਿੰਨੇ ਨਾਸਤਿਕ ਲੋਕ ਨੇ, ਜਿੰਨੇ ਮੁਨਕਰ ਨੇ ਗੁਰੂ ਤੋਂ, ਰੱਬ ਤੋਂ, ਇਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਸੁਣਿਆ ਵੇਖਿਆ ਪਰ ਕੀਤਾ ਨਹੀਂ। ਇਸ ਲਈ ਬੜਾ ਵੱਡਾ ਖਤਰਾ ਹੈ, ਜੇ ਧਰਮ ਨੂੰ ਸੁਣ ਲਿਆ ਤੇ ਕੀਤਾ ਕੁਝ ਨਾ, ਸੁਣ ਲਿਆ ਸਮਝ ਲਿਆ ਤੇ ਕੀਤਾ ਨਾ, ਉਹਦਾ ਰਿਜ਼ਲਟ ਨਿਕਲੇਗਾ ਅੱਕ ਪੈਣਾ, ਅਕੇਵਾਂ ਜਿਹਨੂੰ ਕਹਿੰਦੇ ਨੇ। ਬੰਦਾ ਅੱਕ ਜਾਏਗਾ ਸੁਣ ਸੁਣ ਕੇ, ਕਿਉਂਕਿ ਕੀਤਾ ਨਹੀਂ, ਸਿਰਫ ਸੁਣਿਆ। ਸੁਣ ਸੁਣ ਕੇ ਸਮਝ ਵੀ ਲਿਆ, ਕੀਤਾ ਉਸ ਨੂੰ ਹੈ ਨਹੀਂ, ਇਸ ਕਰਕੇ ਹੁਣ ਉਹਦੇ ਤੋਂ ਅਕੇਵੇਂ ਹੀ ਪੈਦਾ ਹੋਵੇਗਾ, ਕੁਝ ਨਹੀਂ ਮਿਲੇਗਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਇਹ ਸਾਰਾ ਕੁਝ ਕਰਤੇ ਲਿਆ। ਪੜ੍ਹਨਾ ਲਿਖਣਾ ਗਲਤ ਨਹੀਂ ਸੀ, ਸੁਣਨਾ ਗਲਤ ਨਹੀਂ ਸੀ, ਕਿਸੇ ਧਰਮ ਦੇ ਥਾਂ ਦੀ ਸਹਾਇਤਾ ਲੈ ਲੈਣੀ, ਰੱਬ ਦੀ ਗੱਲ ਸੁਣਨੀ ਗਲਤ ਨਹੀਂ ਸੀ, ਪਰ ਸੁਣੀ ਜ਼ਰੂਰ ਤੇ ਕੀਤਾ ਨਹੀਂ ਉਸ ਤਰ੍ਹਾਂ। ਇਸ ਕਰਕੇ ਕੀ ਹੋਇਆ, ਕੱਢ ਗਿਆ ਅੰਦਰ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ। ਬੜੇ ਤੀਰਥਾਂ ਤੇ ਗਿਆ। ਲਵਿਆ ਦਾ ਅਰਥ ਜਿਵੇਂ ਕਾਂ ਲਾਉਂਦਾ ਹੈ, ਜਦੋਂ ਗਰਮੀ ਬਹੁਤੀ ਲੱਗਦੀ ਹੈ ਤੇ ਬੋਲ ਬੋਲ ਕੇ, ਕਾਂ ਦੀ ਆਦਤ ਹੈ ਬਹੁਤਾ ਬੋਲਦਾ, ਫਿਰ ਉਹ ਲਾਉਂਦਾ ਹੈ। ਤੇਤਾ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਸਰੀਰ ਦੇ ਭੇਖ ਤੇ ਧਾਰਨ ਕਰ ਲਏ, ਸਰੀਰ ਦਾ ਨਾਚ ਤੇ ਨੱਚ ਲਿਆ। ਨਾਚ ਤੇ ਨੱਚਣਾ ਸੀ ਮਨ ਕਰਕੇ, ਜਿੱਥੇ ਗੁਰੂ ਸਾਹਿਬ ਕਹਿੰਦੇ ਨਮੋ ਨ੍ਰਿਤ ਨ੍ਰਿਤੇ। ਨ੍ਰਿਤ ਦਾ ਅਰਥ ਹੈ ਨੱਚਣਾ। ਕਹਿੰਦੇ ਸੰਸਾਰ ਦੇ ਨਚੇਰੇ ਬਹੁਤ ਨੇ, ਬੜੇ ਨੱਚ ਰਹੇ ਨੇ ਸੰਸਾਰ ਵਾਸਤੇ। ਦੇਖੈ ਦੇਖੈ ਸੁਣੈ ਬੋਲੇ,
ये दौड़ियो फिरत है, जब किछ पावे तब गर्व करत है, माया गई तब रोवन लगत है। फिर एक गल होर अगे कही, कहते मन बच कर्म रस कसै लुभाना, छोड़ गया काहूँ जाए समाना। ये तीन चीज़ां ने बंदे कोल, मन बचन ते कर्म। इन्हां तिन्नां दी वरतों करनी बंदे दे हत्थ विच है। मन करके करना, बचना करके करना, कर्म करके करना। इस तरह ये संसार दे नचेरे ने, संसार दे नाचियां दा कोई अंत नहीं। जिन्हां ने अपनी सारी जिंदगी मटीरियल वास्ते नचदियां गुजार दिती, अजे भी समाप्ति नहीं हुई। उन्हां दी जिंदगी सिर्फ दिसदा संसार जिहड़ा हुण है, इहदे वास्ते गुजार दिती। सतगुरु कलगीधर पातशाह इत्थे डबल दो पक्षां नूं लै के नमस्कार कर रहे ने। कहंदे हे अकाल पुरख वाहिगुरू, जिहड़े संसार वास्ते नच रहे ने, मैं तैनूं उन्हां विचों भी वेख लिया है, मैं उन्हां विच भी तैनूं नमस्कार करना। वो भी तूं ही नचन लाए ने, पाउंदे फिरदे ने। उन्हां दा नाच बेतरतीब है भावें, पर शक्ति तो तेरे कोलों लई उन्होंने। वो नचार किसी काम दे नहीं, उन्हां दे विच भी तू ही है ते तैनूं नमस्कार है। इस करके नचण दे अर्थ सरीरक नाच नहीं। गुरु साहब कहंदे नमो नृत नृत्य। वैसे गुरमत दे अंदर कई धर्म होए ने संसार विच, जिन्हां ने नाच दा सहारा लिया, रास लीला खेडनी। होर भी कई सूफी इस तरह दीयां परंपरावां ने इस्लाम दे अंदर, भावें कि इस्लाम दा जिहड़ा एक हिस्सा ऐसा है जिहदे अंदर साध संगत जी साज वजाउणा भी प्रवान नहीं, जिहदे अंदर साज भी नहीं वजदा। तुसीं मसीत दे सामने जाओ, मसीत दे विच साज नहीं वज सकदा, ਉਹਦੇ ਵਿੱਚ कोई कीर्तन नहीं हो सकता, क्योंकि इस्लाम की एक काढ़ है। वो कहते ने साज जिहड़ा है, संगीत जिहड़ा है, शैतान की माँ है। ਇਹਦੇ ਵਿੱਚੋਂ शैतानियत पैदा होती है, ਇਹਦੇ ਵਿੱਚੋਂ शैतान जन्म लैंदा है। नाच जिहड़ा है भी शैतानियत का घर है। गुरु साहब ने ਇਹਦੇ ਵਿੱਚ एक नूं ते खंडित कर दिता, एक नूं अपना लिया। ये तीन मजहब, दो मजहब पहला सन। गुरु साहब ने जदों दोवां नूं वेख्या, एक पासे इस्लाम है, एक पासे हिंदू मत है। हिंदू मत तो एक इस तरह का मत है जिहड़ा सब कुछ अपने कलावे विच लै लैंदा है। जे नचन वाले आए तां भी आओ, गाउण वाले आए तां भी आ जाओ, किसी तरह का भी। पर इस्लाम ने रोक ला दी। वो कहंदे नचना ते गाउणा ये शैतानियत का एक घर है, शैतानियत की शुरुआत है। सतगुरु ने जदों गुरु नानक साहब ने गहरी नज़र नाल वेख्या, उन्होंने दो विचों एक चुन लिया, एक नूं कंडेम कर दिता, बंद कर दिता। उन्होंने कहा नचना धर्म दे विच विकास का काम नहीं दे सकता, ये शरीर की प्रवृत्ति है। कोई शरीर का नाच नचे ਤਾਂ ਇਹ ਰੱਬ ਦੇ ਅੱਗੇ ਪ੍ਰਵਾਨ ਨਹੀਂ ਹੋ ਸਕਦਾ। ਉਹਦੇ ਅੱਗੇ ਪ੍ਰਵਾਨ ਹੋਣ ਵਾਸਤੇ ਅੰਦਰ ਦਾ ਨਾਚ ਚਾਹੀਦਾ, ਮਨ ਦਾ, ਸਰੀਰ ਦਾ ਨਹੀਂ। ਇਸ ਕਰਕੇ ਸਤਿਗੁਰੂ ਨੇ ਨੱਚਣ ਤੇ ਪੂਰੀ ਪਾਬੰਦੀ ਲਾ ਦਿੱਤੀ ਗੁਰਮਤ ਦੇ ਅੰਦਰ। ਬਿਲਕੁਲ ਸੰਵਿਧਾਨ ਨਹੀਂ ਹੈ। ਰਹਿਤਨਾਮਿਆਂ ਵਿੱਚ ਸਾਫ਼ ਲਿਖਿਆ ਹੈ, ਗੁਰੂ ਕਾ ਸਿੱਖ ਨਾਚ ਨਾ ਵੇਖੇ, ਮੁਜਰਾ ਨਾ ਵੇਖੇ। ਨਾਚ ਤੇ ਪਾਬੰਦੀ ਹੈ ਗੁਰਮਤ ਦੇ ਅੰਦਰ। ਤੇ ਜਦੋਂ ਅਸੀਂ ਸਿੱਖ ਹੋ ਕੇ ਨਾਚ ਵੇਖਦੇ ਹਾਂ, ਨਚਾਰਾਂ ਨੂੰ ਲੈ ਕੇ ਆਉਂਦੇ ਹਾਂ, ਨਚਾਉਂਦੇ ਹਾਂ ਸਟੇਜ ਦੇ ਉੱਤੇ, ਕੁਰੈਤੀਆ ਹੋ ਗਿਆ ਸਿੱਖ। ਤਾਂ ਹੀ ਤੇ ਗੁਰੂ ਸਾਹਿਬ ਨੇ ਕਿਹਾ, ਅਸੀਂ ਕਹਿੰਦੇ ਹਾਂ ਗੁਰੂ ਸਹਾਇਤਾ ਨਹੀਂ ਕਰਦਾ, ਤੁਸੀਂ ਵੇਖਦੇ ਹੋ ਸਾਹਮਣੇ। ਅਸੀਂ ਸਾਰੇ ਕਹਿ ਰਹੇ ਹਾਂ ਵੀ ਕੁਝ ਨਹੀਂ ਬਣ ਰਿਹਾ, ਤੇ ਕਰ ਕੀ ਰਹੇ ਹਾਂ। ਗੁਰੂ ਨੇ ਜਿਹੜੀਆਂ ਚੀਜ਼ਾਂ ਦੇ ਉੱਤੇ ਰੋਕ ਲਾਈ ਸੀ ਉਹ ਅਸੀਂ ਅਪਣਾ ਲਏ। ਕਲਗੀਧਰ ਪਾਤਸ਼ਾਹ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਮੇਰੇ ਕੋਲ ਜਿੰਨੀ ਸ਼ਕਤੀ ਹੈ, ਜਿੰਨੀ ਤਾਕਤ ਹੈ,
मैं सारी अपने खालसे की झोली विच पा दिती, अपने कोल कुछ नहीं रखिया, सब कुछ उहदे हत्थां विच दे दिता है। मैं कोल कुछ नहीं रखिया, सब कुछ सौंप दिता है। तन दे दिता है, मन दे दिता है, धन दे दिता है, तन मन धन लो सब इन ही को। ये भी बचन कह दिते, इन ही की कृपा के सजे हम है, नहीं मोह से गरीब करोड़ परे। युद्ध जिते इन ही के प्रसाद, इन ही की कृपा के सब सतर मरे। सारा कुछ खालसे दा। और एक बचन कीता, कहंदे मैं सारा तेज तेनू तां दियांगा जो कुछ मैं तेनू किया उस तरह करी जीवन विच। जे तू अगे पिछे हो गया फिर मेरी कोई जिम्मेवारी नहीं। साहब ने बचन कीता, जब लग खालसा रहे न्यारा। न्यारे का मतलब की है? न्यारे का भाव की है? न्यारे का मतलब की है कि जिहड़ा 1.25 लाख नाल एक लड़दा, उहदे भाव की ने? की तलवार लैके कला लड़ना है? असल विच खालसे विच इन्नी स्पिरिट भरी ते 1.25 लाख नाल एक लड़न की गल जिहड़ी कीती, उहदा मतलब ये सी तू इन्ना कमज़ोर ना बन जाई भी एक पासे तेरे 100 बंदा खड़ा है। हुण जिहड़ा 100 फैसला करदा गुरु की मत के अनुसार है नहीं। एक पासे तेरे गुरु का हुक्म है, एक पासे उस 100 बंदे का हुक्म है। तू जे उस 100 अगे झुक गया तो तू उहदे अगे हार गया, फिर तू खालसा नहीं है, फिर तू खालसा नहीं हो सकता। 1.25 लाख नाल लड़न का मतलब इन्ना स्टैमिना अंदर भर देना, इन्नी जरूरत इन्नी दृढ़ता पा देनी एक शरीर विच कि जे सारा समाज एक पासे खड़ा हो जाए भी ये तो रीति रिवाज ने संसार दे, ये तो करना ही पैना। रीति रिवाज चलते ना संसार के अंदर। असी सब कुछ करी जा रहे हैं, सब कुछ इकट्ठा करी जा रहे हैं। जे एक पासे गुरु की गल हुई, उत्थे गुरु की गल कर दी, उधर का ढोल वजा दिता। गुरु ने कहा है जी ये करना चाहिए। चाहिए का मतलब दूजिਆਂ ਨੂੰ करना चाहिए, मैनू नहीं करना चाहिए। ये करना चाहिए। संसार के रीति रिवाज इस तरह होने चाहिए ने, विआह शादियां इस तरह होनियां चाहिए ने। पर जदों मनुख दे अपने जीवन में आया, फिर कहंदे की करिए, हुण किवें करिए। फिर बंदा समझौता करदा है। इहदा मतलब की है? इहदा मतलब 1.25 लाख दे अगे हार गया। ਇਹਦਾ ਭਾਵ यही है। ਉਹਦੇ फैसले फिर अटल नहीं हैं। ਤਾਂ सतगुरु ने कहा जिस बंदे नूं मैं सारी शक्ति देंगा वो किहड़ा है? न्यारे का मतलब होर कोई नहीं। न्यारे का मतलब है कि तू भेड़ नहीं बनना कि भेड़ां दा झुंड जा रहा है तो मैं भी उस झुंड दे विच ही तुरना। नहीं, तू भेड़ नहीं बनना, तू इंसान बनना है, तू सिख बनना है, तू मनुख बनना है। तू संसार नूं ये कहदा है भी मैं भेड़ नहीं, मैं गुरु का सिख हाँ। भेड़ां इकट्ठियां तुरदियां ने, भेड़ां ने फैसला कर लिया है भी शराब वरताउणी ही वरताउणी है। ये भेड़ां दा फैसला है, ये बंदियां दा नहीं है कि शादी शराब तो बिना नहीं हो सकती, कि ये नचार लियाउण तो बिना विआह नहीं हो सकता। भेड़ां ने फैसला किया है, भेड़ां दा फैसला हो सकता, बंदे दा नहीं है। उन्हें अपने अनुसार तुरना। मैं गल कर रहा सी अज दे शब्द ते कि नमो नृत नृत है। ये गल्लां कहणियां ये ते कारण वापरिया कि असी सब कुछ चंगियाई की व्याख्या भी रोज़ बैठ के करने इकट्ठे। जिथे भी महफिल बहिंदी उत्थे सारियां चंगियां गल्लां कीतियां जांदियां। ये भी बुराई है, ये भी बुराई, पर जिन्ना चिर उहनूं फॉलो नहीं किया जाता, उहनूं लागू नहीं किया जाता, उहदे कहण दे की अर्थ हो सकते? रिवाज बन गया, रिवाज विच आ गईयां सारियां चीज़ां। तां बेनती कर रहा सां, जो इंसान है वो भेड़ नहीं, जो भेड़ है वो इंसान नहीं है। भेड़ां दे पिछे भेड़ां तुरदियां ने।
ਇੱਕ ਖੂਹ ਵਿੱਚ ਸਾਰੀਆਂ ਨੂੰ ਡੇਗਣਾ ਹੋਵੇ, ਸਾਰੀਆਂ ਨੂੰ ਧੱਕਾ ਦੇਣ ਦੀ ਲੋੜ ਨਹੀਂ। ਇੱਕ ਭੇਡ ਨੂੰ ਅੱਗੇ ਤੋਰ ਕੇ ਖੂਹ ਵਿੱਚ ਸਿੱਟ ਦਿਓ, ਪਿਛਲੀਆਂ ਆਪੇ ਡਿੱਗੀ ਜਾਣਗੀਆਂ। ਰਿਵਾਜ ਚੱਲਦਾ ਜੀ, ਕੀ ਕਰੀਏ ਕਿ ਖੂਹ ਵਿੱਚ ਡਿੱਗਦੇ ਨੇ, ਹੁਣ ਡਿੱਗਣਾ ਹੀ ਡਿੱਗਣਾ। ਸਤਿਗੁਰੂ ਨੇ ਕਿਸ ਨੂੰ ਕਿਹਾ? ਮੈਂ ਬੇਨਤੀ ਕਰਾਂ, ਸ਼ਾਇਦ ਜਿਹੜੀ ਸਿੱਖੀ ਅਸੀਂ ਕਮਾ ਰਹੇ ਹਾਂ ਇਹ ਸਾਡਾ ਭਰਮ ਬਣ ਗਿਆ, ਸਿੱਖੀ ਹੈ ਕੋਈ ਨਹੀਂ। ਨਹੀਂ ਤੇ ਗੁਰੂ ਸਹਾਇਤਾ ਜ਼ਰੂਰ ਕਰੇ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਤੇਜ ਕਹਿੰਦੇ ਨੇ ਸ਼ਕਤੀ ਨੂੰ, ਤੇ ਗੁਰੂ ਵਿੱਚ ਕਿੰਨੀ ਸ਼ਕਤੀ ਹੈ, ਕਿੰਨੀ ਤਾਕਤ ਹੈ, ਬੜੀ ਤਾਕਤ ਹੈ। ਫਿਰ ਕਨੈਕਸ਼ਨ ਕਿਉਂ ਨਹੀਂ ਆ ਰਿਹਾ? ਇੱਕ ਪਾਸੇ ਤਾਂ ਲਾਈਟ ਦਾ ਭੰਡਾਰ ਭਰਿਆ ਪਿਆ, ਟਰਾਂਸਫਾਰਮਰ ਕੋਲ ਹੈ ਤੇ ਕੋਲ ਲਾਈਟ ਬੁਝੀ ਪਈ ਹੈ। ਕੀ ਹੋ ਗਿਆ? ਕੀ ਕਾਰਨ ਹੈ ਇਸ ਦਾ? ਬਲਬ ਬੁਝਾ ਕਿਉਂ ਪਿਆ? ਸਪਸ਼ਟ ਹੈ ਕਿਤੇ ਕਨੈਕਸ਼ਨ ਨਹੀਂ ਬਣਿਆ ਉਹਦੇ ਨਾਲ, ਕਿਤੇ ਤਾਰ ਜੁੜੀ ਨਹੀਂ। ਇਸ ਕਰਕੇ ਸਤਿਗੁਰੂ ਨੇ ਗੁਰਮਤਿ ਦੇ ਅੰਦਰ ਜਦੋਂ ਗੁਰਬਾਣੀ ਵਿੱਚ ਨਿਰਤ ਦੀ ਗੱਲ ਕੀਤੀ, ਉੱਥੇ ਤਨ ਦੇ ਨਿਰਤ ਦੀ ਗੱਲ ਨਹੀਂ ਹੈ। ਇੱਕ ਸੱਜਣ ਮੈਨੂੰ ਕਹਿਣ ਲੱਗੇ, ਕਹਿੰਦੇ ਗੁਰੂ ਸਾਹਿਬ ਨੇ ਕਿਹਾ ਹੀ ਹੈ ਨਾ, ਨੱਚਣ ਕੁੱਦਣ ਮਨ ਕਾ ਚਾਓ, ਜਿਨ ਮਨ ਭਾਓ ਤਿਨਾ ਮਨ ਭਾਓ। ਕਹਿੰਦੇ ਆਗਿਆ ਦੇ ਦਿੱਤੀ। ਅਰਥ ਵੀ ਆਪਣੇ ਆਪਣੇ ਅਜੀਬ ਨੇ। ਜੋ ਕੁਝ ਕਿਸੇ ਨੇ ਕਰਨਾ ਹੁੰਦਾ ਉਹ ਗੱਲ ਸਿਰਫ ਵਿੱਚੋਂ ਲੈ ਕੇ, ਨਾ ਉਹਦੇ ਬਾਰੇ ਪੜ੍ਹਿਆ ਨਾ ਸੁਣਿਆ, ਕਿਤੇ ਇਜਾਜ਼ਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਈਆਂ ਚੀਜ਼ਾਂ ਦੀ ਜਿਹੜੀਆਂ ਅਸੀਂ ਓਟ ਲੈ ਕੇ ਕਰ ਰਹੇ ਹਾਂ। ਤਾਂ ਉਹ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਹੀ ਨਾ ਵੀ ਮਨ ਕਾ ਚਾਓ। ਮੈਂ ਕਿਹਾ ਵੀ ਮਨ ਕਾ ਚਾਓ ਹੈ, ਗੁਰੂ ਕਾ ਚਾਓ ਤੇ ਨਹੀਂ ਨਾ ਕਿਹਾ। ਗੁਰੂ ਨੇ ਇਜਾਜ਼ਤ ਨਹੀਂ ਦਿੱਤੀ। ਤਾਂ ਇਹ ਜਿਹੜਾ ਨਾਚ ਦੀ ਗੱਲ ਕੀਤੀ ਗਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਨਾਚ ਰੇ ਮਨ ਗੁਰ ਕੇ ਆਗੈ। ਗੁਰੂ ਦੇ ਅੱਗੇ ਨੱਚ। ਗੁਰੂ ਦੇ ਅੱਗੇ ਨੱਚਣ ਦਾ ਮਤਲਬ ਹੈ ਜਿਹੜਾ ਨੱਚਣ ਵਾਲਾ ਹੈ ਨਾ, ਜਿਹੜੇ ਸਿਸਟਮ ਦੇ ਵਿੱਚ ਉਹਨੂੰ ਨਚਾਇਆ ਜਾਂਦਾ, ਨਰਤਕ ਨੂੰ, ਨੱਚਣ ਵਾਲੇ ਨੂੰ, ਜਿਹੜਾ ਉਹਦਾ ਨਿਯਮ ਬਣਿਆ ਹੁੰਦਾ ਹੈ ਕਿ ਤੂੰ ਇੱਧਰ ਪੈਰ ਰੱਖਣਾ ਇੰਨੀ ਵਾਰੀ, ਇੱਧਰ ਹੱਥ ਖੜਾ ਕਰਨਾ ਇੰਨੀ ਵਾਰੀ, ਇੱਧਰ ਵੇਖਣਾ ਇੰਨੀ ਵਾਰੀ, ਝੁਕਣਾ ਇੰਨੀ ਵਾਰੀ, ਉਹ ਜਿੰਨੀ ਵਾਰ ਉਹਨੂੰ ਟ੍ਰੇਨਡ ਕੀਤਾ ਜਾਂਦਾ ਉਹ ਬਿਲਕੁਲ ਉਸੇ ਤਰ੍ਹਾਂ ਕਰਦਾ। ਉਹਦੇ ਤੋਂ ਪਿੱਛੇ ਇੱਕ ਪੈਰ ਵੀ ਨਹੀਂ ਰੱਖਦਾ, ਨਾ ਅੱਗੇ ਰੱਖਦਾ ਨਾ ਪਿੱਛੇ ਰੱਖਦਾ, ਬਿਲਕੁਲ ਉਸੇ ਤਰ੍ਹਾਂ, ਬਿਲਕੁਲ ਉਸੇ ਤਰ੍ਹਾਂ, ਅੱਗੇ ਵੀ ਨਹੀਂ ਜਾਂਦਾ। ਉਹਨੂੰ ਕਹਿੰਦੇ ਨੇ ਨੱਚਣ ਵਾਲਾ ਬੜਾ ਕਾਮਯਾਬ ਹੈ। ਨਾਚ ਰੇ ਮਨ ਗੁਰ ਕੇ ਆਗੈ। ਸਤਿਗੁਰੂ ਨੇ ਆਪਣੇ ਮਨ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਮਨਾ, ਜਿਵੇਂ ਤੇਰੇ ਗੁਰੂ ਨੇ ਤੈਨੂੰ ਨੱਚਣ ਦੀ ਜਾਚ ਦੱਸੀ ਹੈ, ਯਾਨੀ ਕਿ ਸੋਚਣ ਦੀ ਜਾਚ ਦੱਸੀ ਹੈ, ਯਾਨੀ ਕਿ ਵਿਚਾਰਨ ਦੀ ਜਾਚ ਦੱਸੀ ਹੈ, ਕੰਮ ਕਰਨ ਦੀ ਜਾਚ ਦੱਸੀਏ, ਉਹਦੇ ਤੋਂ ਘੱਟ ਵੀ ਨਾ ਕੁਝ ਕਰੀ ਤੇ ਉਹਦੇ ਤੋਂ ਜ਼ਿਆਦਾ ਵੀ ਕੁਝ ਨਾ ਕਰੀ, ਉਸ ਤਰ੍ਹਾਂ ਕਰੀ ਚੱਲ। ਇਹ ਨਾਚ ਇੱਕ ਦਿਨ ਤੇਰੇ ਗੁਰੂ ਨੂੰ ਖੁਸ਼ ਕਰ ਦੇਗਾ, ਉਹਦੀ ਨਜ਼ਰ ਤੇਰੇ ਉੱਤੇ ਪਏਗੀ ਤੇ ਤੇਰਾ ਜੀਵਨ ਨਜ਼ਰੀ ਨਜ਼ਰ ਨਿਹਾਲ ਹੋ ਜਾਏਗਾ। ਉਸ ਤਰ੍ਹਾਂ ਕਰ ਤੂੰ, ਜਿਵੇਂ ਤੇਰੇ ਗੁਰੂ ਨੇ ਜਿਵੇਂ ਜਿਵੇਂ ਤੈਨੂੰ ਸਮਝਾਇਆ, ਅੱਗੇ ਵੀ ਨਾ ਕਰੀ ਪਿੱਛੇ ਨਾ ਕਰੀ। ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਇੱਕ ਗਾਥਾ ਹੈ, ਜਦੋਂ ਸਿੱਖੀ ਸਰੂਪ ਵਿੱਚ ਸਨ, ਅਜੇ ਗੁਰੂ ਸਰੂਪ ਵਿੱਚ ਨਹੀਂ ਸਨ ਆਏ, ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਸਨ। ਤੇ ਇੱਕ ਦਿਨ ਕਹਿੰਦੇ ਤੁਰਦਿਆਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਨਾਲ ਤੁਰੇ ਜਾ ਰਹੇ ਸਨ ਸੈਰ ਕਰਨ ਵਾਸਤੇ। ਤਾਂ ਗੁਰੂ ਅਮਰਦਾਸ ਜੀ ਦੀ ਤੁਰਨ ਲੱਗਿਆਂ ਇੱਕ ਬਾਂਹ ਥੋੜ੍ਹੀ ਜਿਹੀ ਅੱਗੇ ਲੰਘ ਗਈ ਗੁਰੂ ਅੰਗਦ ਦੇਵ ਜੀ ਤੋਂ। ਗੁਰੂ ਅਮਰਦਾਸ ਜੀ ਨੇ ਆਪਣੀ ਬਾਂਹ ਨੂੰ ਉੱਥੇ ਬੰਨ੍ਹ ਲਿਆ, ਪਰਤ ਕੇ ਬਾਂਹ ਨਹੀਂ ਖੋਲੀ। ਗੁਰੂ ਅੰਗਦ ਦੇਵ ਜੀ ਨੇ ਕਈ ਦਿਨ ਵੇਖਿਆ ਤੇ ਪੁੱਛ ਲਿਆ, ਪੁਰਖਾ ਇਸ ਬਾਂਹ ਨੂੰ ਕਿਉਂ ਬੰਨਿਆ, ਕੀ ਕਾਰਨ ਹੈ? ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਸਤਿਗੁਰੂ, ਇਸ ਬਾਂਹ ਨੂੰ ਮੈਂ ਸਜ਼ਾ ਦਿੱਤੀ ਏ, ਇਹਨੇ ਤੁਹਾਡੀ ਅਵੱਗਿਆ ਕਰ ਦਿੱਤੀ ਹੈ, ਤੁਹਾਡੇ ਤੋਂ ਅੱਗੇ ਨਿਕਲ ਗਈ ਹੈ, ਤਾਂ ਮੈਂ ਇਹਨੂੰ ਬੰਨ੍ਹ ਦਿੱਤਾ ਹੈ ਤੇ ਇਹਦਾ ਬਾਈਕਾਟ ਕਰ ਦਿੱਤਾ ਹੈ, ਇਹਦੇ ਤੋਂ ਮੈਂ ਕੰਮ ਨਹੀਂ ਲੈਣਾ, ਛੱਡ ਦਿੱਤਾ ਇਸ ਨੂੰ। ਗੁਰੂ ਅੰਗਦ ਦੇਵ ਜੀ ਨੇ ਬੜੇ ਖੁਸ਼ ਹੋਏ, ਖੁਲਾ ਦਿੱਤੀ। ਕਹਿਣ ਲੱਗੇ ਸੱਚ ਹੈ,
ਸਿੱਖ ਉਹਨੂੰ ਕਹਿੰਦੇ ਨੇ ਜਿਹਦਾ ਇੱਕ ਵੀ ਅੰਗ ਗੁਰੂ ਤੋਂ ਅੱਗੇ ਨਹੀਂ ਜਾਂਦਾ, ਉਹਦਾ ਸਰੀਰ ਵੀ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ। ਫਿਰ ਇਹ ਸੋਚ ਲੈਣਾ ਚਾਹੀਦਾ ਅਸੀਂ ਤੇ ਸਾਰੇ ਦੇ ਸਾਰੇ ਹੀ ਗੁਰੂ ਤੋਂ ਅੱਗੇ ਨਿਕਲ ਗਏ। ਉਹ ਕੰਮ ਤੇ ਗੁਰੂ ਨੇ ਕਦੀ ਦੱਸੇ ਨਹੀਂ ਸਨ ਜਿਹੜੇ ਅਸੀਂ ਕਰਨੇ ਸ਼ੁਰੂ ਕਰਦੇ। ਤਾਂ ਇਹਦਾ ਭਾਵ ਕੀ ਹੈ? ਇਹ ਨਾਚ ਗੁਰੂ ਨੂੰ ਚੰਗਾ ਨਹੀਂ ਲੱਗਦਾ। ਗੁਰੂ ਕਲਗੀਧਰ ਪਾਤਸ਼ਾਹ ਅੱਜ ਦੇ ਬਚਨਾਂ ਵਿੱਚ ਇੱਕ ਵਿਸ਼ੇਸ਼ ਤਰੀਕਾ ਦੱਸਦੇ ਨੇ ਮਨ ਦਾ ਨੱਚਣਾ। ਸਤਿਗੁਰੂ ਨੇ ਕਿਹਾ ਨਮੋ ਨ੍ਰਿਤ ਨ੍ਰਿਤੇ, ਨਾਚ ਨੱਚ ਗੁਰੂ ਦੇ ਅੱਗੇ ਮਨ ਦਾ। ਇਹ ਦੋ ਤਰ੍ਹਾਂ ਦਾ ਹੈ। ਇੱਕ ਤੇ ਸਰੀਰ ਨੂੰ ਗੁਰੂ ਦੇ ਭਾਣੇ ਵਿੱਚ ਚਲਾਉਣਾ, ਤੇ ਜਦੋਂ ਕਿਸੇ ਦਾ ਜੀਵਨ ਗੁਰੂ ਕੇ ਭਾਣੇ ਵਿੱਚ ਪੂਰੀ ਤਰ੍ਹਾਂ ਚੱਲਣ ਲੱਗ ਪਏ, ਸਾਧ ਸੰਗਤ ਇੱਕ ਦਿਨ ਉਹਦੀ ਸੁਰਤ ਵਿੱਚ ਨਾਚ ਹੋਣਾ ਸ਼ੁਰੂ ਹੋ ਜਾਂਦਾ ਹੈ। ਬਾਣੀ ਵਿੱਚ ਸ਼ਬਦ ਲਿਖੇ ਹੋਏ ਨੇ। ਫਿਰ ਉਹਦੀ ਸੁਰਤ ਦੇ ਵਿੱਚ ਭੰਗੜਾ ਪੈਣਾ ਸ਼ੁਰੂ ਹੋ ਜਾਂਦਾ। ਬਾਹਰ ਨਹੀਂ ਉਹ ਪ੍ਰਗਟ ਕਰਦਾ, ਸਰੀਰ ਨਹੀਂ ਹਿੱਲਦਾ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਹੈ, ਉਹ ਕਹਿੰਦੇ ਨਾਮ ਇਸ ਤਰ੍ਹਾਂ ਜਪਿਆ ਕਰ ਜਿਵੇਂ ਦੁੱਧ ਰਿੜਕੀ ਦਾ ਚਾਟੀ ਵਿੱਚ ਪਾ ਕੇ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੂਧ ਕਰਮ ਫੁਰਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਜਿਵੇਂ ਦੁੱਧ ਰਿੜਕੀ ਦਾ ਇਸ ਤਰ੍ਹਾਂ ਅੰਦਰ ਸ਼ਬਦ ਨੂੰ ਜਪ। ਇਸ਼ਾਰਾ ਕਰ ਦਿੱਤਾ, ਕਹਿਣ ਲੱਗੇ ਜਦੋਂ ਦੁੱਧ ਰਿੜਕੀਦਾ ਹੈ ਤੇ ਜਿਸ ਭਾਂਡੇ ਵਿੱਚ ਜਿਸ ਚਾਟੀ ਵਿੱਚ ਦੁੱਧ ਰਿੜਕਿਆ ਜਾ ਰਿਹਾ ਹੈ ਉਹਦੇ ਅੰਦਰਲੇ ਪਾਸੇ ਤੇ ਤੂਫਾਨ ਆਇਆ ਹੋਇਆ ਮਧਾਣੀ ਨੇ, ਪਰ ਬਾਹਰੋਂ ਨਹੀਂ ਉਹ ਹਿੱਲਦੀ। ਜੇ ਚਾਟੀ ਹਿੱਲਣ ਲੱਗ ਪਈ ਤੇ ਸਮਝੋ ਕੰਮ ਵਿਗੜ ਗਿਆ। ਕਿਉਂ? ਫਿਰ ਦੁੱਧ ਬਾਹਰ ਖਿੰਡ ਜਾਣਾ, ਦੁੱਧ ਬਾਹਰ ਖਿੱਲਰ ਜਾਣਾ। ਜਪਣਾ ਹੀ ਤੇ ਅੰਦਰ ਜਪ, ਕਿਤੇ ਚਾਟੀ ਨਾ ਤੇਰੀ ਹਿੱਲੀ ਜਾਏ ਬਹੁਤੀ। ਲੋਕ ਕਹਿਣਗੇ ਦੁੱਧ ਰਿੜਕਿਆ ਜਾ ਰਿਹਾ, ਕੀ ਪਤਾ ਵਿੱਚ ਦੁੱਧ ਹੈ ਵੀ ਹੈ ਕਿ ਨਹੀਂ। ਬਾਹਰ ਚਾਟੀ ਕੱਲੀ ਖਾਲੀ, ਤੇ ਬਹੁਤੀਆਂ ਚਾਟੀਆਂ ਹਿੱਲਦੀਆਂ ਤਾਂ ਨੇ, ਵਿੱਚੋਂ ਭਰੀਆਂ ਨਹੀਂ ਹੁੰਦੀਆਂ। ਜਿੱਦਣ ਅੰਦਰੋਂ ਭਰੀ ਗਈ, ਇਹ ਇੱਕ ਸੰਵਿਧਾਨ ਹੈ। ਜਦੋਂ ਦੁੱਧ ਰਿੜਕਿਆ ਜਾਂਦਾ ਤਾਂ ਉਹਨੂੰ ਸੰਚੇ ਵਿੱਚ ਟਿਕਾਇਆ ਜਾਂਦਾ ਕਿ ਹਿੱਲੇ ਨਾ, ਕਿਉਂਕਿ ਜੇ ਚਾਟੀ ਹਿੱਲ ਗਈ ਦੁੱਧ ਕਿੱਥੇ ਰਿੜਕਿਆ ਜਾਣਾ। ਇਸੇ ਤਰ੍ਹਾਂ ਗੁਰਮਤਿ ਦਾ ਨਾਚ ਹੈ। ਉਹ ਕਹਿੰਦੇ ਜਦੋਂ ਕਿਸੇ ਦਾ ਮਨ ਉਸ ਰਸ ਰੂਪੀ ਸਮੁੰਦਰ ਦੇ ਨਾਲ, ਸ਼ਬਦ ਦੇ ਨਾਲ ਖਹਿ ਜਾਂਦਾ ਹੈ, ਉਹਦੇ ਅੰਦਰ ਇੱਕ ਨਾਚ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਅੰਦਰੋਂ ਨੱਚਣਾ ਸ਼ੁਰੂ ਹੋ ਜਾਂਦਾ ਹੈ। ਉਹਦੀ ਸੁਰਤ ਇਉਂ ਕਹਿ ਲਓ ਇੱਕ ਖੁਸ਼ੀ ਦਾ ਨਾਚ ਨੱਚਦੀ ਹੈ। ਬਾਣੀ ਵਿੱਚ ਬੜੇ ਸ਼ਬਦ ਆਏ ਨੇ, ਕੱਲਾ ਨਾਚ ਨਹੀਂ। ਇਹ ਵੀ ਗੁਰੂ ਸਾਹਿਬ ਨੇ ਕਿਹਾ ਵੀ ਨਾਲ ਢੋਲ ਵੀ ਵੱਜਦਾ ਹੈ। ਜਦੋਂ ਨੱਚਣਾ ਹੋਵੇ ਨਾ ਕਿਸੇ ਨੇ, ਨਾਲ ਸਾਜ਼ ਵਜਾਇਆ ਜਾਂਦਾ ਹੈ। ਤਾਂ ਉੱਥੇ ਬਚਨ ਕੀਤੇ ਅਨਮੜਿਆ ਮੰਦਲ ਬਾਜੈ, ਬਿਨ ਸਾਵਨ ਗਨ ਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰੈ ਕੋਈ। ਕਹਿੰਦੇ ਨਾਲ ਉਹਦੇ ਨਾਮ ਦਾ ਢੋਲ ਵੱਜਦਾ ਹੈ, ਉਹਦੇ ਪ੍ਰੇਮ ਦੀ ਤਾਰ ਵੱਜਦੀ, ਤੇ ਨਾਲ ਨਾਲ ਭਗਤ ਦੀ ਸੁਰਤ ਨੱਚਦੀ ਹੈ। ਸਰੀਰ ਨਹੀਂ ਨੱਚਦਾ, ਉਹਦੀ ਸੁਰਤ ਨਾਲੋਂ ਨਾਲ ਨਾਚ ਕਰਦੀ ਹੈ। ਇੱਕ ਐਸੀ ਦੁਨੀਆ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ, ਕਹਿੰਦੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਤੇ ਜਦੋਂ ਚਾਹ ਆਵੇਗਾ, ਖੁਸ਼ੀ ਆਏਗੀ, ਉਦੋਂ ਸੁਰਤ ਕਰਕੇ ਨੱਚੇਗਾ ਆਦਮੀ। ਕਹਿੰਦੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹੇ ਸਖੀ, ਉਹਦੇ ਖੁਸ਼ੀ ਦੇ ਗੀਤ ਗਾਈਏ, ਉਹ ਨੇੜੇ ਆ ਗਿਆ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਕਹਿੰਦੇ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਸ ਤਰ੍ਹਾਂ ਦਾ ਇੱਕ ਨਾਚ ਕਬੀਰ ਜੀ ਨੇ ਇੱਕ ਥਾਂ ਤੇ ਜ਼ਿਕਰ ਕੀਤਾ ਹੈ। ਕਹਿੰਦੇ ਤਨ ਰੈਨੀ ਮਨ ਪੁਨਰਪ ਕਰਹੂੰ, ਪਾਂਜੋ ਤਤ ਬਰਾਤੀ।
ਕਹਿੰਦੇ ਬਰਾਤ ਆ ਗਈ, ਜੰਝ ਆ ਗਈ, ਪਰਮਾਤਮਾ ਵਿਆਹੁਣ ਵਾਸਤੇ ਆ ਗਿਆ। ਤਨ ਰੈਨੀ, ਰੈਨੀ ਕਹਿੰਦੇ ਉਸ ਭਾਂਡੇ ਨੂੰ ਜਿਹਦੇ ਅੰਦਰ ਕੱਪੜੇ ਰੰਗੇ ਜਾਂਦੇ ਨੇ। ਤਨ ਰੈਨੀ ਮਨ ਪੁੰਨ ਰਪ ਕਰਹੁ, ਉਹਦੇ ਵਿੱਚ ਪਾ ਕੇ ਉਸ ਸਰੀਰ ਰੂਪੀ ਭਾਂਡੇ ਦੇ ਵਿੱਚ ਮਨ ਰੰਗਿਆ ਜਾਂਦਾ ਹੈ। ਤੇ ਕੱਪੜਾ ਤੇ ਭਾਂਡੇ ਨੂੰ ਭਜਾਈ ਫਿਰਦਾ ਹੈ, ਮਨ ਤੇ ਸਰੀਰ ਨੂੰ ਭਜਾਈ ਫਿਰਦਾ ਹੈ। ਰੰਗਿਆ ਕਿੱਥੇ ਜਾਣਾ ਹੈ? ਮਨ ਜਿੱਧਰ ਕਹਿੰਦਾ ਸਰੀਰ ਉੱਧਰ ਹੀ ਤੁਰ ਪੈਂਦਾ। ਬਹਿੰਦਾ ਜ਼ਰੂਰ ਹੈ, ਮਨ ਕਹਿੰਦਾ ਛੱਡੋ ਪਰਾਂ, ਵਿੱਚ ਹੀ ਉੱਠ ਕੇ ਚਲਾ ਜਾਂਦਾ। ਕਿੱਥੇ ਰੰਗਿਆ ਜਾਏਗਾ? ਕੰਮ ਕਿਵੇਂ ਹੋਵੇਗਾ? ਜ਼ਿੰਦਗੀ ਅਸਤ ਵਿਅਸਤ ਹੈ, ਮਨ ਦੀ ਗੁਲਾਮ ਬਣ ਗਈ ਹੈ। ਜੋ ਕੁਝ ਮਨ ਕਹਿੰਦਾ ਆਦਮੀ ਉਹ ਕਰੀ ਜਾਂਦਾ ਹੈ। ਇਹ ਸ਼ੈਤਾਨ ਹੈ ਔਰ ਅਸੀਂ ਆਪਣੇ ਜੀਵਨ ਦੀ ਰੱਸੀ ਇਹਦੇ ਮਨ ਦੇ ਹੱਥ ਵਿੱਚ ਫੜਾ ਦਿੱਤੀ ਹੈ। ਜਿਹਨੇ ਧੋਖਾ ਹੀ ਦਿੱਤਾ ਹੈ ਅੱਜ ਤੱਕ। ਜਿੰਨੇ ਲੋਕਾਂ ਨੇ ਮਨ ਦੀ ਦੁਨੀਆ ਦੇ ਨਾਲ ਮਿਲ ਕੇ ਜੀਵਨ ਜੀਵਿਆ, ਅਖੀਰ ਨੂੰ ਖੁਆਰੀ ਤੋਂ ਬਿਨਾਂ ਪੱਲੇ ਕੁਝ ਨਹੀਂ ਪਿਆ। ਖੁਆਰ ਕਰ ਦਿੱਤਾ ਉਸਨੇ। ਪਰ ਆਦਮੀ ਦੀ ਦੁਨੀਆ ਹੀ ਇਹ ਹੈ। ਧਾਰਮਿਕ ਬੰਦਾ ਵੀ ਇਹ ਕਹਿੰਦਾ ਹੈ। ਵੇਖੋ, ਸੰਸਾਰੀ ਦੀ ਭਾਸ਼ਾ ਤੇ ਹੈ ਹੀ ਕਿ ਉਹਦਾ ਤੇ ਦੁਨੀਆ ਹੀ ਦੂਸਰੀ ਹੈ। ਜਿਨਨੇ ਇੱਕ ਵਾਰੀ ਗੁਰੂ ਕੋਲ ਆ ਕੇ ਦਾਤ ਵੀ ਲੈ ਲਈ, ਅੰਮ੍ਰਿਤ ਵੀ ਪਾਨ ਕਰ ਲਿਆ, ਗੁਰੂ ਵਾਲਾ ਵੀ ਬਣ ਗਿਆ, ਫਿਰ ਜਦੋਂ ਕੋਈ ਧਰਮ ਦਾ ਕਰਮ ਕਰਨ ਦੀ ਗੱਲ ਚੱਲਦੀ ਹੈ ਨਾ, ਕਹਿੰਦੇ ਮਨ ਨਹੀਂ ਕਰਦਾ, ਇਹ ਕੰਮ ਕਰਨ ਨੂੰ ਮਨ ਨਹੀਂ ਕਰਦਾ। ਤੇ ਧਾਰਮਿਕ ਬਣਨ ਦਾ ਮਤਲਬ ਹੀ ਇਹ ਹੈ ਕਿ ਜ਼ਿੰਦਗੀ ਦੇ ਸਭ ਤੋਂ ਵੱਡੇ ਰੋਗ ਮਨ ਨੂੰ ਅਣਗੌਰ ਕਰ ਦੇਣਾ। ਇਹ ਸਭ ਤੋਂ ਵੱਡਾ ਦੁੱਖ। ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਨੂੰ ਛੱਡਣ ਦੀ ਤਿਆਰੀ ਕਰ ਲੈਣੀ। ਦੁੱਖ ਦੇ ਕੀ ਅਰਥ ਕਰੋਗੇ? ਇਹ ਦੁੱਖ ਸੁੱਖ ਦੇ ਅਰਥ ਜਿਹੜੇ ਤੁਹਾਨੂੰ ਬਹੁਤੇ ਲੋਕ ਸੁਣਾਉਂਦੇ ਨੇ, ਠੀਕ ਕੋਈ ਨਹੀਂ ਜੇ। ਐਵੇਂ ਨਾ ਭੁਲੇਖੇ ਵਿੱਚ ਰਹਿਣਾ। ਬੜਿਆਂ ਨੇ ਸੁਣਾਇਆ ਇਹ ਤੁਹਾਡੇ ਦੁੱਖ ਸੁੱਖ ਠੀਕ ਹੋ ਜਾਣਗੇ। ਬੜੀ ਚੱਲਦੀ ਦੁਕਾਨਦਾਰੀ, ਬੜੀ ਚੱਲਦੀ ਏ ਭੀੜ, ਤੇ ਅਸੀਂ ਵੀ ਇਸ ਤਰ੍ਹਾਂ ਦੇ ਅੱਡੇ ਲੱਭਦੇ ਫਿਰਨੇ ਆ ਜਿੱਥੇ ਸਾਡੇ ਝੂਠ ਨੂੰ ਹੋਰ ਖਾਦ ਪਾਈ ਜਾਏ, ਜਿੱਥੇ ਸਾਡੇ ਇਸ ਗਲਤ ਜੀਵਨ ਨੂੰ ਹੋਰ ਖੁਰਾਕ ਦਿੱਤੀ ਜਾਏ ਵੀ ਹੋਰ ਗਲਤ ਹੋ ਜਾਓ। ਕੋਈ ਗੱਲ ਨਹੀਂ, ਕਰ ਲਓ, ਠੀਕ ਕਰਾ ਦਿਆਂਗੇ, ਤੁਹਾਨੂੰ ਸਿਫਾਰਿਸ਼ ਕਰ ਦਿਆਂਗੇ ਤੁਹਾਡੀ ਰੱਬ ਕੋਲ, ਬਖਸ਼ੇ ਜਾਓਗੇ, ਚੱਲੋ ਗਲਤ ਜ਼ਿੰਦਗੀ ਵਿੱਚ। ਪਰ ਸਤਿਗੁਰੂ ਨੇ ਇਹ ਗੱਲ ਨਹੀਂ ਕਹੀ। ਉਹ ਕਹਿੰਦੇ ਤੇਰੇ ਦੁੱਖ ਦਾ ਕਾਰਨ ਤੇਰੀ ਮਨ ਮਰਜ਼ੀ ਹੈ। ਜਿੱਥੋਂ ਸਾਰੇ ਦੁੱਖ ਆਉਂਦੇ ਨੇ, ਪਰ ਦੁੱਖ ਨਾਲ ਬੰਦੇ ਦੀ ਮਿੱਤਰਤਾ ਹੀ ਇੰਨੀ ਪੁਰਾਣੀ ਹੈ, ਮਨ ਨਾਲ ਮਿੱਤਰਤਾ ਹੀ ਇੰਨੀ ਪੁਰਾਣੀ ਹੈ। ਇਸ ਕਰਕੇ ਕਹਿੰਦਾ ਮਨ ਨਹੀਂ ਕਰਦਾ ਬਾਣੀ ਪੜ੍ਹਨ ਨੂੰ। ਤੇ ਗੁਰੂ ਸਾਹਿਬ ਨੇ ਕਿ ਥੋੜ੍ਹੀ ਕਿਹਾ ਵੀ ਮਨ ਨੂੰ ਪੁੱਛਣਾ। ਜੇ ਤੂੰ ਮਨ ਨੂੰ ਪੁੱਛਦਾ ਰਹਿ ਤੇ ਸਾਰੀ ਉਮਰ ਨਹੀਂ ਇਹਨੇ ਤੇਰੇ ਨਾਲ ਤੁਰਨਾ। ਇਹ ਕਿਹਦੇ ਨਾਲ ਤੁਰਿਆ ਹੁਣ ਤੱਕ? ਜਾਂ ਫਿਰ ਇੱਕ ਹੋਰ ਬੜਾ ਸਵਾਲ ਹੈ, ਕਹਿੰਦੇ ਮਨ ਨਹੀਂ ਲੱਗਦਾ ਵਿੱਚ। ਧਿਆਨ ਦਿਓ, ਇਹ ਵੀ ਬੜਾ ਵੱਡਾ ਸਵਾਲ ਹੈ। ਇੱਕ ਗੱਲ ਪੱਕੀ ਹੈ ਕਿ ਗੁਰੂ ਸਾਹਿਬ ਨੇ ਮਨ ਲੱਗਣ ਦਾ ਉਹ ਹਿੱਸਾ ਕਿਹਾ ਵੀ ਉਹ ਜੁੜੇਗਾ ਜਦੋਂ ਸ਼ੁੱਧ ਹੋ ਗਿਆ। ਜਿੰਨਾ ਚਿਰ ਅੰਦਰ ਗੰਦਗੀ ਹੈ ਉਹਨਾਂ ਚਿਰ ਜੁੜਨ ਦੀ ਗੱਲ ਕਰਨੀ ਫਜ਼ੂਲ ਹੈ, ਕੋਈ ਅਰਥ ਨਹੀਂ ਉਹਦੇ। ਅਸਲ ਵਿੱਚ ਮਨ ਲੱਗਣ ਦੇ ਅਰਥ ਹੀ ਕੋਈ ਨਹੀਂ, ਮਨ ਦੀ ਸਫਾਈ ਦੇ ਹੀ ਅਰਥ ਨੇ। ਗੁਰੂ ਸਾਹਿਬ ਨੇ ਕਿਹਾ ਤੂੰ ਮਨ ਜੁੜਨ ਦੀ ਗੱਲ ਹੀ ਛੱਡ ਦੇ, ਮਨ ਨੂੰ ਸਾਫ਼ ਕਰ, ਬਾਣੀ ਪੜ੍ਹ, ਨਾਮ ਜਪ, ਉਹਦੇ ਨਾਲ ਮੈਲ ਕੱਢ ਅੰਦਰੋਂ। ਇਹ ਕੰਮ ਕਰ ਜਿਹੜਾ ਕਰਨ ਵਾਲਾ ਹੈ। ਐਵੇਂ ਨਾ ਤੂੰ ਕਹੋ ਵੀ ਜੋ ਦਲਿੱਦਰ ਇਕੱਠਾ ਕਰਕੇ, ਜੋ ਚਿੱਕੜ ਭਰ ਕੇ ਕੱਪੜੇ ਤੇ ਆ ਕੇ ਕਵੇ ਜੀ ਮੈਨੂੰ ਫੁੱਲਾਂ ਦੀ ਸੇਜ ਤੇ ਬਿਠਾ ਦਿਓ। ਕੀ ਅਰਥ ਹੋਣਗੇ? ਫੁੱਲ ਵੀ ਗੰਦੇ ਹੋ ਗਏ। ਜਿਵੇਂ ਦਾ ਹੁਣ ਸਾਡਾ ਮਨ ਹੈ, ਇਹਨੂੰ ਜੋੜ ਕੇ ਕੀ ਕਰੋਗੇ? ਇਹਦੇ ਤਾਂ ਪੱਲੇ ਹੀ ਕੁਝ ਨਹੀਂ ਜੁੜਨ ਵਾਲੀ ਚੀਜ਼। ਇਹਦੇ ਆਲੇ ਦੁਆਲੇ ਤਾਂ ਗੰਦ ਹੀ ਇੰਨਾ ਭਰਿਆ ਹੋਇਆ, ਪਹਿਲਾਂ ਉਹਨੂੰ ਲਾਉਣਾ ਚਾਹੀਦਾ। ਤਾਂ ਸਾਧ ਸੰਗਤ, ਗੁਰਮਤ ਨੇ ਮਨ ਜੁੜਨ ਦੀ ਜਿੱਥੇ ਗੱਲ ਕੀਤੀ ਏ, ਕੋਈ ਤੁਹਾਨੂੰ ਧੋਖਾ ਦਿੰਦਾ ਹੋਵੇਗਾ, ਉਹ ਕਹੇਗਾ ਆਓ 3 ਦਿਨਾਂ ਵਿੱਚ ਤੁਹਾਡਾ ਮਨ ਜੋੜ ਦਿਆਂਗੇ। ਇਹ ਤੁਹਾਡਾ ਕੋਈ ਹੋਵੇਗਾ ਧੋਖੇਬਾਜ਼, ਉਹ ਕਹਿ ਸਕਦਾ ਹੈ।
ਉਹ ਇਹ ਗੱਲ ਕਰ ਸਕਦਾ ਹੈ, ਪਰ ਪੂਰਾ ਗੁਰੂ ਇਹ ਗੱਲ ਨਹੀਂ ਕਰੇਗਾ। ਉਹ ਪੂਰੇ ਗੁਰੂ ਨੇ ਕਹਿਣਾ ਹੈ ਵੀ ਮੈਂ ਤੈਨੂੰ ਸਮੇਂ ਦੀ ਗੱਲ ਨਹੀਂ ਕਹਿੰਦਾ, 3 ਦਿਨ ਵੀ ਲੱਗ ਸਕਦੇ ਨੇ, 3 ਸਾਲ ਵੀ ਲੱਗ ਸਕਦੇ ਨੇ, 30 ਵੀ ਲੱਗ ਸਕਦੇ ਨੇ, 3 ਜਨਮ ਵੀ ਲੱਗ ਸਕਦੇ, ਇਹ ਤੇਰੇ ਤੇ ਗੱਲ ਖੜੀ, ਗੁਰੂ ਤੇ ਨਹੀਂ। ਇਹ ਤੂੰ ਕਿੰਨੇ ਕੁ ਢੰਗ ਨਾਲ ਮੇਰਾ ਹੁਕਮ ਮੰਨਣਾ, ਫਿਰ ਤਾਂ ਗੱਲ ਠੀਕ, ਤਾਂ ਫਿਰ ਇਸ ਤਰ੍ਹਾਂ ਨਹੀਂ ਹੋਵੇਗਾ। ਤਾਂ ਸਾਧ ਸੰਗਤ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਮਨ ਲੱਗਣ ਦੀ ਗੱਲ ਨਹੀਂ, ਮਨ ਸਾਫ਼ ਕਰਨ ਦੀ ਗੱਲ ਹੈ, ਮਨ ਦੇ ਵਿੱਚੋਂ ਮੈਲ ਕੱਢਣ ਦੀ ਗੱਲ ਹੈ। ਜਿੱਦਣ ਮੈਲ ਨਿਕਲ ਗਈ, ਲਾਉਣਾ ਨਹੀਂ ਪੈਣਾ, ਉਦਣ ਤੈਨੂੰ ਪੁੱਟਣ ਵਾਸਤੇ ਜ਼ੋਰ ਲਾਉਣਾ ਪੈਣਾ, ਖਿਆਲ ਰੱਖਣਾ। ਇਹ ਇੱਕ ਬੜੀ ਅਚੰਭੇ ਵਾਲੀ ਗੱਲ ਹੈ। ਜਿਹਨੂੰ ਅਸੀਂ ਸੰਸਾਰੀ ਕਹਿੰਦੇ ਹਾਂ ਬਈ ਜੁੜਦਾ ਨਹੀਂ ਗੁਰੂ ਨਾਲ, ਗੁਰੂ ਦੀ ਗੱਲ ਮੰਨਦਾ ਨਹੀਂ ਜੀਵਨ, ਤੇ ਜਦੋਂ ਜਿਨ੍ਹਾਂ ਦਾ ਹੋ ਗਿਆ, ਅੰਦਰੋਂ ਧੁੱਪ ਗਿਆ, ਸਾਫ਼ ਹੋ ਗਿਆ, ਮੈਲਾਂ ਨਿਕਲ ਗਈਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ, ਨਿੰਦਿਆ ਚੁਗਲੀ ਦਵੈਸ਼ ਈਰਖਾ ਖਤਮ ਹੋ ਗਏ, ਉਹਨਾਂ ਦਾ ਇੱਕ ਹੋਰ ਸਮੱਸਿਆ ਉਹਨਾਂ ਦੀ ਆ ਗਈ। ਉਹ ਕਿਹੜੀ ਸਮੱਸਿਆ ਆਈ? ਉਹ ਕਹਿੰਦੇ ਲੋਕ ਕਹਿੰਦੇ ਮਨ ਲੱਗਦਾ ਨਹੀਂ, ਸਾਡੀ ਸਮੱਸਿਆ ਇਹ ਵੇ ਵੀ ਇਹ ਨਿਕਲਦਾ ਨਹੀਂ, ਨਾਮ ਵਿੱਚੋਂ ਛੁੱਟਦਾ ਨਹੀਂ, ਇਹ ਵਿੱਚੋਂ ਨਿਕਲਦਾ ਨਹੀਂ। ਤੇ ਬਚਨ ਵੀ ਆਏ ਕਈ ਬਾਣੀ ਦੇ ਵਿੱਚ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਗ ਅਜਾਨ। ਹੁਣ ਮਾਂ ਆ ਕੇ ਬਾਂਹ ਖਿੱਚਦੀ ਏ ਵੀ ਕਬੀਰ ਰੋਟੀ ਖਾ ਲੈ, ਦੁਪਹਿਰ ਦਾ ਟਾਈਮ ਲੰਘ ਗਿਆ। ਉਹ ਕਹਿੰਦਾ ਕੀ ਕਰਾਂ, ਉੱਠਦਾ ਨਹੀਂ ਮਨ, ਇੱਥੋਂ ਨਿਕਲਦਾ ਨਹੀਂ, ਸੁਣਿਆ ਲੱਗਾ ਸਹਿਜ ਧਿਆਨ। ਮਾਂ ਕਹਿੰਦੀ ਏ ਵੀ ਖੱਡੀ ਦਾ ਕੰਮ ਕਰ ਲੈ, ਕੱਲ ਗਾਹਕ ਆਇਆ ਸੀ, ਉਹਨੂੰ ਕੱਲ ਨੂੰ ਜਵਾਬ ਕੀ ਦੇਣਾ? ਉਹ ਕਹਿੰਦਾ ਉੱਠਦਾ ਨਹੀਂ, ਇੱਥੋਂ ਨਿਕਲਦਾ ਨਹੀਂ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਬੜੀ ਉਲਟ ਗੱਲ ਹੈ। ਇਸ ਕਰਕੇ ਮਨ ਲਾਉਣ ਦਾ ਯਤਨ ਨਾ ਕਰਨਾ ਕਦੇ। ਗੁਰੂ ਨੇ ਕਿਹਾ ਮਨ ਸਾਫ਼ ਕਰ, ਹਾਂ ਉਹਨੂੰ ਵਰਜ ਵਰਜ ਕੇ ਸ਼ਬਦ ਵਿੱਚ ਲਾ। ਭਾਈ ਗੁਰਦਾਸ ਜੀ ਨੇ ਤਰੀਕਾ ਦੱਸਿਆ ਕਿਵੇਂ ਸਾਫ਼ ਹੋਵੇਗਾ। ਉਹਨਾਂ ਨੇ ਗੁਰਸਿੱਖੀ ਦਾ ਨਿਯਮ ਦੱਸਿਆ। ਕਹਿਣ ਲੱਗੇ ਨਾਮ ਜਪ ਤੇ ਮਨ ਭੱਜਦਾ ਹੈ ਤੇ ਉਹਨੂੰ ਵਰਜ ਵਰਜ ਕੇ ਵਿੱਚ ਲਿਆ। ਹਉ ਤਿਸ ਘੋਲ ਘੁਮਾਇਆ ਬਾਹਰ ਜਾਂਦਾ ਵਰਜ ਰਹਾਇਆ। ਇਹ ਤਰੀਕਾ ਹੈ। ਫਿਰ ਇਹ ਕੋਈ ਸਵਾਲ ਹੀ ਨਹੀਂ। ਜਿਨ੍ਹਾਂ ਦੇ ਮਨ ਜੁੜ ਗਏ ਉਹਨਾਂ ਵਾਸਤੇ ਸਵਾਲ ਹਾਸੋ ਹੋਣਾ ਵੀ ਮਨ ਨਹੀਂ ਲੱਗਦਾ। ਇਸ ਤਰ੍ਹਾਂ ਦਾ ਮਨ ਕਦੀ ਲੱਗੇ ਨਹੀਂ। ਇਹ ਪਾਕ ਵਿੱਚੋਂ ਕੱਢ ਦੇਣੀ ਚਾਹੀਦੀ ਪਹਿਲਾਂ। ਇਹ ਫੋੜਾ ਜਿਹੜਾ ਗੰਦਗੀ ਦੇ ਨਾਲ ਭਰਿਆ ਹੋਇਆ ਮਨ ਰੂਪੀ, ਇਹਦੇ ਵਿੱਚੋਂ ਪਹਿਲਾਂ ਗੰਦ ਨਿਕਲ ਜਾਣਾ ਚਾਹੀਦਾ। ਤੇ ਗੰਦ ਨਾਲ ਸਾਡੀ ਮਿੱਤਰਤਾ ਬੜੀ ਪੁਰਾਣੀ। ਜਦੋਂ ਗੰਦ ਕੱਢਣ ਦੀ ਗੱਲ ਕਰਨੇ ਆ ਤੇ ਮਨ ਕਾਹਲਾ ਪੈਂਦਾ। ਤਾਂ ਹੀ ਤੇ ਕਹਿੰਦੇ ਮਨ ਨਹੀਂ ਲੱਗਦਾ। ਸਾਰੇ ਥੋੜ੍ਹੀ ਸੁਣਦੇ ਨੇ ਗੁਰੂ ਦੀ ਗੱਲ। ਜਿੰਨਾ ਜਿੰਨਾ ਗੰਦ ਜ਼ਿਆਦਾ ਹੈ ਉਹਨਾਂ ਗੁਰੂ ਦੀ ਗੱਲ ਸੁਣ ਕੇ ਬੰਦਾ ਭੱਜੇਗਾ, ਦੌੜੇਗਾ। ਉਹ ਕਹੇਗਾ ਛੱਡੋ ਇਹ ਕਿਹੜੀ ਕਹਾਣੀ ਹੈ। ਅਸਲ ਵਿੱਚ ਉਹਦਾ ਮਨ ਹੀ ਉਹਨੂੰ ਖਿੱਚ ਰਿਹਾ। ਉਹਦੀ ਗੰਦਗੀ ਇੱਥੇ ਟੁੱਟ ਜਾਏਗੀ, ਇੱਥੇ ਚੀਰਿਆ ਜਾਏਗਾ, ਉਹਦੇ ਜੀਵਨ ਨੂੰ ਵਿੱਚੋਂ ਕੱਢਿਆ ਜਾਏਗਾ ਗੰਦ। ਇਸ ਕਰਕੇ ਇੱਥੇ ਟਿਕੇਗਾ ਨਹੀਂ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ। ਇਹ ਇੱਕ ਪੀੜ ਦੀ ਥਾਂ ਹੈ ਜਿੱਥੇ ਤੁਸੀਂ ਬੈਠੇ ਹੋਏ ਹੋ। ਇੱਕ ਦਰਦ ਦੀ ਥਾਂ ਹੈ। ਤਾਂ ਉਹ ਜਿਸ ਨੂੰ ਇੱਕ ਬੱਚਾ ਚਾਹੀਦਾ, ਦਰਦ ਵਿੱਚੋਂ ਨਿਕਲਣਾ ਪਏਗਾ, ਤਾਂ ਉਹ ਸੰਤਾਨ ਉਹਦੇ ਘਰ ਵਿੱਚ ਜਨਮ ਲਏਗੀ। ਤਾਂ ਜਿੱਥੇ ਦਰਦ ਹੀ ਨਹੀਂ ਕਿਸੇ ਕੋਲ ਸਹਿਣ ਦੀ ਸ਼ਕਤੀ, ਉੱਥੇ ਪਰਿਵਾਰ ਕਿੱਥੇ? ਜਿੱਥੇ ਬੰਦਾ ਆਪਣੇ ਮਨ ਦੀ ਇੰਨੀ ਗੁਲਾਮੀ ਵਿੱਚ ਆ ਗਿਆ ਕਿ ਉਹ ਮਨ ਦੇ ਵਿਰੁੱਧ ਗੱਲ ਹੀ ਨਹੀਂ ਸੁਣਨਾ ਚਾਹੁੰਦਾ, ਉਹਦੀ ਜ਼ਿੰਦਗੀ ਵਿੱਚ ਤਬਦੀਲੀ ਕਿੱਥੋਂ ਆਏਗੀ? ਇਸ ਕਰਕੇ ਸਤਿਗੁਰੂ ਨੇ ਅੱਜ ਬਚਨ ਕੀਤੇ। ਕਹਿੰਦੇ ਮਨ ਕਰਕੇ ਨੱਚਣਾ ਚਾਹੀਦਾ, ਸਰੀਰ ਕਰਕੇ ਨਹੀਂ। ਗੁਰੂ ਦੇ ਹੁਕਮ ਵਿੱਚ ਨੱਚਣਾ ਚਾਹੀਦਾ। ਤੇ ਸਹਿਬ ਬਚਨ ਕਹਿੰਦੇ ਨਮੋ ਨ੍ਰਿਤ ਨ੍ਰਿਤੇ। ਕਲਗੀਆਂ ਵਾਲੇ ਪਾਤਸ਼ਾਹ ਪਾਉਂਟਾ ਸਾਹਿਬ ਦੀ ਧਰਤੀ ਤੇ ਇੱਕ ਪਾਸੇ ਸੁਹਾਵਣੀ ਸ਼ਾਮ,
ਵਹਿੰਦੀ ਹੋਈ ਯਮੁਨਾ, ਸੁੰਦਰ ਪਰਬਤ, ਸੁਹਾਵਣਾ ਮੌਸਮ, ਉਹਦੇ ਵਿੱਚ ਨਮਸਕਾਰ ਕਰਦੇ ਨੇ। ਕਿਹਨੂੰ? ਜਿਹੜਾ ਸਾਰਿਆਂ ਵਿੱਚ ਨੱਚ ਰਿਹਾ, ਜਿਹਨੂੰ ਭਗਤ ਜੀ ਨੇ ਬਾਣੀ ਵਿੱਚ ਕਿਆ ਕਹਿੰਦੇ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਜਿਵੇਂ ਖੂਹ ਦੇ ਵਿੱਚੋਂ ਕੱਢਣ ਵਾਲੀਆਂ ਟਿੰਡਾਂ ਹੁੰਦੀਆਂ ਨੇ, ਸਾਰਿਆਂ ਵਿੱਚ ਪਾਣੀ ਨੱਚਦਾ ਹੈ, ਇਸ ਤਰ੍ਹਾਂ ਹਿੱਲਦਾ, ਡੁੱਲਦਾ, ਨਾਚ ਕਰਦਾ। ਇਸ ਤਰ੍ਹਾਂ ਰੱਬ ਸਾਰੀਆਂ ਸਰੀਰਾਂ ਰੂਪੀ ਟਿੰਡਾਂ ਦੇ ਵਿੱਚ ਨਾਚ ਨੱਚ ਰਿਹਾ। ਨਾਚੈ ਪਿੰਦੀ ਮੈਂ ਸਾਗਰਾ, ਉਹਨੂੰ ਨਮਸਕਾਰ ਹੈ। ਫਿਰ ਅੱਗੇ ਬਚਨ ਕੀਤਾ, ਕਹਿੰਦੇ ਨਮੋ ਨਾਦ ਨਾਦੇ। ਨਾਦ ਕਹਿੰਦੇ ਆਵਾਜ਼ ਨੂੰ। ਨਾਦ ਵਿੱਚੋਂ ਸੰਸਾਰ ਪੈਦਾ ਹੋਇਆ। ਸ਼ਬਦ ਦਾ ਉਹ ਰੂਪ ਜਿਹੜਾ ਅੱਖਰਾਂ ਵਿੱਚ ਨਹੀਂ ਆਉਂਦਾ, ਉਹਨੂੰ ਕਹਿੰਦੇ ਨਾਦ। ਮੈਨੂੰ ਤੇਰੀ ਨਮਸਕਾਰ ਹੈ, ਮੈਂ ਤੈਨੂੰ ਨਮਸਕਾਰ ਕਰਨਾ, ਤੂੰ ਨਾਦ ਸਵਰੂਪ ਹੈ, ਸ਼ਬਦ ਸਰੂਪ। ਇਸੇ ਨੂੰ ਕਿਹਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਗੁਰੂ ਨਾਨਕ ਸਾਹਿਬ ਨੇ ਇਸੇ ਨੂੰ ਕਿਹਾ ਹੈ ਕਿ ਸੰਸਾਰ ਦੀ ਆਰੰਭਤਾ ਹੋਈ ਏ ਨਾਦ ਤੋਂ। ਨਾਦ ਨੂੰ ਸਮਝਣਾ ਸਿੱਖ, ਆਪਾਂ ਇਹਦੇ ਸਿੱਖ ਹਾਂ, ਇਸ ਨਾਦ ਸ਼ਬਦ ਦੇ। ਐਵੇਂ ਨਾ ਅੱਖਾਂ ਜੀਆਂ ਫਿਰ ਜਾਣਾ ਇਹ ਸ਼ਬਦ ਸੁਣ ਕੇ ਵੀ ਪਤਾ ਨਹੀਂ ਕਿਹੜੀ ਬਾਜ਼ਾਰ। ਜਦੋਂ ਸਿੱਖ ਕਹਿੰਦਾ ਹੀ ਇਹ ਵੀ ਸ਼ਬਦ ਮੇਰਾ ਗੁਰੂ ਹੈ, ਨਾਦ ਮੇਰਾ ਗੁਰੂ, ਫਿਰ ਇਹਨੂੰ ਸਮਝਦਾ ਕਿਉਂ ਨਹੀਂ? ਕੀ ਕਾਰਨ ਹੈ? ਆਪਣੇ ਗੁਰੂ ਨੂੰ ਧਿਆਨ ਨਾਲ ਸੁਣਦਾ ਕਿਉਂ ਨਹੀਂ? ਫਿਰ ਵੀ ਪਤਾ ਨਹੀਂ ਕੀ ਹੈ ਨਾਦ, ਕੌਣ ਹੁੰਦਾ ਹੈ ਜੀ ਨਾਦ? ਫਿਰ ਜਾਏਗਾ ਕਿੱਥੇ? ਸਭ ਨਾਦ ਵੇਦ ਗੁਰਬਾਣੀ, ਸਾਰੀ ਗੁਰਬਾਣੀ ਨਾਦ ਦਾ ਸਰੂਪ ਹੈ, ਉਸ ਸ਼ਬਦ ਦਾ ਸਰੂਪ ਹੈ। ਗੁਰਬਾਣੀ ਨੇ ਉਸ ਨਾਦ ਸਰੂਪ ਤੱਕ ਲੈ ਕੇ ਜਾਣਾ ਸਿੱਖ ਨੂੰ। ਉਹਦੇ ਤੋਂ ਬਿਨਾਂ ਕੁਝ ਨਹੀਂ, ਕੋਈ ਪ੍ਰਾਪਤੀ ਨਹੀਂ। ਐਵੇਂ ਨਾ ਭੁਲੇਖੇ ਵਿੱਚ ਰਹਿਣਾ। ਗੁਰੂ ਗੋਬਿੰਦ ਸਿੰਘ ਮੈਨੂੰ ਰਾਹ ਵਿੱਚ ਮਿਲੇ ਸਨ, ਘੋੜੇ ਤੇ ਜਾ ਰਹੇ ਸਨ, ਮੈਂ ਘੋੜੇ ਨੂੰ ਛੋਲੇ ਚਾਰ ਦਿੱਤੇ, ਬਸ ਇੱਥੋਂ ਤੱਕ ਗੱਲ ਖਤਮ ਹੋ ਗਈ। ਮਨ ਦੀਆਂ ਕੰਤਰਾਂ ਹੋ ਸਕਦੀਆਂ ਹੈ। ਐਵੇਂ ਨਾ ਕੋਈ ਤੁਹਾਨੂੰ ਆ ਕੇ ਕਹਿ ਜਾਏ ਤੁਸੀਂ ਆ ਜਾਣਾ ਫਲਾਣੇ ਵਾਰ ਮੇਰੇ ਕੋਲ। ਗੁਰੂ ਹਰਗੋਬਿੰਦ ਸਾਹਿਬ ਉੱਥੇ ਹੀ ਆਉਂਦੇ ਨੇ। ਜਿੰਨਾ ਚਿਰ ਸਿੱਖ ਗੁਰਬਾਣੀ ਨਾਲ ਨਹੀਂ ਜੁੜਿਆ, ਗੁਰਮਤਿ ਨਾਲ ਨਹੀਂ ਜੁੜਿਆ ਤੇ ਨਾਦ ਨਾਲ ਨਹੀਂ ਜੁੜਿਆ, ਸ਼ਬਦ ਦੇ ਅੰਤਰੀਵ ਧੁਰੇ ਨਾਲ ਨਹੀਂ ਜੁੜਿਆ, ਸਾਰੀ ਰਾਸ ਲੀਲਾ ਹੀ ਖੇਡੀ ਜਾਣ। ਲੋਕ ਕੀ ਬਣਦਾ ਹੈ? ਕਰ ਹੀ ਰਹੇ ਹਾਂ, ਕਿੱਥੇ ਪਹੁੰਚੇ ਹਾਂ? ਮਨ ਮਤ ਦੇ ਅਸੀਂ ਅਰਥ ਹੀ ਹੋਰ ਕੱਢ ਦਿੱਤੇ। ਆ 3-4 ਚੀਜ਼ਾਂ ਅਸੀਂ ਚੁਣ ਲਈਆਂ ਨੇ, ਬਸ ਇਹਨੂੰ ਕਹਿੰਦੇ ਮਨ ਮਤ ਕਹਿੰਦੇ। ਬਸ ਜੇ ਕੋਈ ਰਖੜੀ ਬੰਨ੍ਹ ਲੈ ਉਹਨੂੰ ਕਹਿੰਦੇ ਮਨ ਮਤ ਹੈ। ਆ 3-4 ਚੀਜ਼ਾਂ ਗੁਰੂ ਗ੍ਰੰਥ ਸਾਹਿਬ ਕੋਲ ਰੱਖ ਲੈ ਉਹਨੂੰ ਕਹਿੰਦੇ ਮਨ ਮਤ ਹੋ ਗਈ। ਇਹਨੂੰ 4-5 ਚੀਜ਼ਾਂ ਨੂੰ ਕਹਿੰਦੇ ਨੇ ਮਨ ਮਤ। ਉਹ ਮਨ ਮਤ ਤੇ ਇਹ ਹੈ ਅਸੀਂ ਸ਼ਬਦ ਨਾਲ ਨਹੀਂ ਜੁੜੇ। ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜੇ ਉਹਨਾਂ ਚਿਰ ਸਾਰੀ ਮਨਮਤੀ ਹਾਂ, ਕੋਈ ਗੁਰਮਤ ਨਹੀਂ ਹੈ। ਉਹ ਮਨਮਤ ਦੀ ਵਿਆਖਿਆ ਅਸੀਂ ਆਪ ਹੀ ਕਰ ਦਿੱਤੀ। ਗੁਰਮਤ ਕੀ ਹੈ? ਗੁਰਮਤ ਦਾ ਅਰਥ ਹੈ ਸ਼ਬਦ ਦੀ ਸਾਂਝ, ਸਿੱਖ ਦੀ ਸੁਰਤ ਨਾਲ ਜੋੜ ਬਣ ਜਾਏ, ਉਹਨੂੰ ਕਹਿੰਦੇ ਗੁਰਮਤ। ਉਹਦੇ ਤੋਂ ਪਹਿਲਾਂ ਅਸੀਂ ਜੋ ਵੀ ਕਰ ਰਹੇ ਹਾਂ ਕੋਈ ਗੁਰਮਤ ਨਹੀਂ ਹੈ। ਉਹ ਸਾਡੀ ਆਪਣੀ ਕਾਢ ਹੋ ਸਕਦੀ, ਆਪਣੇ ਗਿਆਨ ਹੋ ਸਕਦੇ, ਆਪਣੀ ਧਾਰਨਾ ਹੈ, ਆਪਣਾ ਇੱਕ ਘੇਰਾ ਜਿਹਾ ਬਣਾ ਕੇ ਅਸੀਂ ਜਿਉ ਰਹੇ ਹਾਂ। ਇਸ ਕਰਕੇ ਹਜ਼ੂਰ ਕਹਿੰਦੇ ਨਮੋ ਨਾਦ ਨਾਦੇ ਗੁਰਮੁਖ ਨਾਦੰ ਗੁਰਮੁਖ ਵੇਦੰ। ਵੇਦੰ ਦਾ ਅਰਥ ਹੈ ਗੁਰਬਾਣੀ, ਅੱਖਰਾਂ ਵਿੱਚ ਲਿਖਿਆ ਹੋਇਆ ਸ਼ਬਦ। ਇਹ ਗੁਰੂ ਦਾ ਦੂਜਾ ਰੂਪ ਹੈ। ਪਹਿਲਾ ਸ਼ਬਦ ਗੁਰੂ ਦਾ ਰੂਪ ਨਾਦ ਹੈ, ਦੂਜਾ ਰੂਪ ਹੈ ਸ਼ਬਦ। ਫਿਰ ਕਹਿੰਦੇ ਗੁਰਮੁਖ ਰਹਾ ਸਮਾਈ। ਫਿਰ ਉਹ ਜਿਹੜਾ ਪਰਮਾਤਮਾ ਹੈ ਇਸ ਵੇਦ ਸ਼ਬਦ ਵਿੱਚ ਸਮਾਇਆ ਹੋਇਆ ਹੈ। ਸ਼ਬਦ ਵਿੱਚ ਸਮਾਇਆ ਤੇ ਜਿਨ੍ਹਾਂ ਸਰੀਰਾਂ ਦੇ ਵਿੱਚ ਨਾਮ ਵਸ ਗਿਆ ਉਹਨਾਂ ਵਿੱਚ ਸਮਾਇਆ ਹੋਇਆ ਹੈ। ਇਹ ਦੋ ਚੀਜ਼ਾਂ ਇਕੱਠੀਆਂ ਨੇ। ਪੰਥ ਤੇ ਗ੍ਰੰਥ ਤਾਂ ਇਹ ਗੱਲ ਕੀਤੀ, ਸੰਗਤ ਤੇ ਗੁਰਬਾਣੀ ਦੀ ਤਾਂ ਗੱਲ ਕੀਤੀ, ਗੁਰਮੁਖ ਤੇ ਗੁਰੂ ਦੀ ਗੱਲ ਤਾਂ ਕੀਤੀ ਗਈ। ਫਿਰ ਕਹਿੰਦੇ ਨਮੋ ਪਾਨ ਪਾਨੇ। ਪਾਨ ਕਹਿੰਦੇ ਨੇ ਹੱਥਾਂ ਨੂੰ। ਸਾਰਿਆਂ ਦੇ ਹੱਥਾਂ ਤੋਂ ਵੱਡਾ ਤੇਰਾ ਹੱਥ ਹੈ।
ਪਾਣ ਦਾ ਸੰਬੰਧ ਹੈ ਸ਼ਕਤੀ ਨਾਲ। ਕਹਿੰਦੇ ਸਾਰਿਆਂ ਹੱਥਾਂ ਦੇ ਨਾਲੋਂ ਤੇਰੇ ਹੱਥਾਂ ਵਿੱਚ ਸ਼ਕਤੀ ਜ਼ਿਆਦਾ ਹੈ, ਸਾਰਿਆਂ ਤੋਂ ਤਾਕਤ ਤੇਰੇ ਹੱਥ ਬੜੇ ਵੱਡੇ ਨੇ। ਇਸ ਕਰਕੇ ਕੋਈ ਕਿੰਨਾ ਵੀ ਵੱਡਾ ਹੋ ਜਾਏ, ਕਹਿੰਦੇ ਰੱਬ ਦੇ ਹੱਥ ਬੜੇ ਲੰਬੇ ਨੇ, ਬੜੇ ਬੜੇ ਆਏ। ਕਈਆਂ ਨੇ ਕਿਹਾ ਸੀ ਇਹ ਕਰਾਂਗੇ ਉਹ ਕਰਾਂਗੇ, ਪਰ ਕਿੱਥੇ ਜਾਏਗਾ? ਕੋਈ ਕਿੰਨਾ ਵੀ ਵੱਡਾ ਹੋ ਜਾਏ। ਸਤਿਗੁਰੂ ਨੇ ਕਿਹਾ ਜੇ ਕੋ ਨਾਉ ਤਰਾਏ ਵੱਡਾ, ਚੋਜ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਕੋਈ ਇੱਥੇ ਕਿੰਨਾ ਵੀ ਵੱਡਾ ਹੈ ਨਾ, ਲਸ਼ਕਰ ਉਹਦੇ ਨਾਲ ਤੁਰਦੇ ਨੇ, ਅੱਗੇ ਪਿੱਛੇ ਬੱਤੀਆਂ ਪਾਉਂਦੀਆਂ ਨੇ, ਅੱਗੇ ਪਿੱਛੇ ਬੜਾ ਕੁਝ ਤੁਰਦਾ ਹੈ। ਹਜ਼ੂਰ ਨੇ ਕਿਹਾ ਉਹ ਪਿਆਰਿਆ ਤੇਰੇ ਕੋਲ ਬੜਾ ਕੁਝ ਹੈ, ਪਰ ਤੇਰਾ ਸਾਰਾ ਕੁਝ ਉਹਦੇ ਅੱਗੇ ਇਸ ਤਰ੍ਹਾਂ ਜਿਵੇਂ ਇੱਕ ਕੀੜਾ ਤੂੰ ਤੁਰਿਆ ਫਿਰਨਾ। ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਕਿੰਨੇ ਕਿੰਨੇ ਪ੍ਰਬੰਧ ਕੀਤੇ ਨੇ ਧਰਤੀ ਤੇ ਬੰਦੇ ਨੇ, ਰੋਗਾਂ ਤੋਂ ਬਚਣ ਦੇ, ਬਿਮਾਰੀਆਂ ਤੋਂ ਬਚਣ ਦੇ। ਕਿੰਨੇ ਕਿੰਨੇ ਵਿਗਿਆਨ ਕੱਢੇ ਨੇ ਰਹਿਣ ਸਹਿਣ ਦੇ, ਕਿੰਨੇ ਸੁੱਖ ਨੇ, ਕਿੰਨਾ ਕੁਝ ਬਣਾਇਆ ਹੈ। ਖਿਆਲ ਰੱਖਣਾ, ਜੇ ਉਹਦੇ ਮਨ ਵਿੱਚ ਆ ਗਿਆ ਵੀ ਇੱਕ ਅੱਖ ਦੇ ਫੋਰ ਵਿੱਚ ਸਾਰੇ ਕੁਝ ਨੂੰ ਰੋਕਣਾ ਹੈ, ਦੂਸਰੇ ਪਲ ਕੁਝ ਵੀ ਨਹੀਂ ਹੋਏਗਾ, ਸਭ ਸਮਾਪਤੀ ਹੋ ਜਾਏਗੀ ਔਰ ਆਦਮੀ ਦੇ ਸਾਹਮਣੇ ਹੋਵੇਗੀ, ਉਹ ਵੇਖੇਗਾ ਵੀ। ਮਨੁੱਖ ਨੂੰ ਪਦਾਰਥ ਦਾ ਹੰਕਾਰ ਹੀ ਇੰਨਾ ਹੋ ਗਿਆ ਹੈ ਕਿ ਉਹਦੀ ਬੁੱਧੀ ਦੇ ਵਿੱਚ ਮਟੀਰੀਅਲ ਵੜ ਗਿਆ ਹੈ, ਹੋਰ ਰਿਹਾ ਹੀ ਨਹੀਂ ਕੁਝ, ਰੱਬ ਦੀ ਗੱਲ ਖਤਮ ਹੋ ਗਈ। ਧਾਰਮਿਕ ਬੰਦੇ ਵੀ ਬਾਹਰੋਂ ਹੀ ਸਿਰਫ ਧਰਮ ਦੀ ਗੱਲ ਕਰਦੇ, ਅੰਦਰ ਤੇ ਉਹਨਾਂ ਦੇ ਵੀ ਸੰਸਾਰ ਹੈ, ਉਹਨੂੰ ਵੱਡਾ ਕਿਹਾ। ਪਰ ਇਹ ਉਹਨੂੰ ਕਰਨਾ ਹੀ ਪਏਗਾ ਕਿ ਇੱਕ ਵਾਰੀ ਸਾਰੇ ਸੰਸਾਰ ਦੇ ਸਾਹਮਣੇ ਉਹਦੀ ਬਣਾਈ ਹੋਏ ਗਿਆਨ ਵਿਗਿਆਨ ਨੂੰ ਤੋੜਿਆ ਜਾਏ, ਤੋੜ ਕੇ ਫਿਰ ਪੁੱਛਿਆ ਜਾਏ ਦੱਸ ਹੁਣ ਇਹਦੀ ਵਰਤੋਂ ਕਰ ਕਿਵੇਂ ਕਰਨੀ। ਤਾਂ ਸਤਿਗੁਰੂ ਨੇ ਕਿਹਾ ਵੀ ਵਿਕਾਸ ਕਰ, ਪਰ ਆਪਣੀ ਕਿਰਤ ਤੇ ਇੰਨਾ ਵਿਸ਼ਵਾਸ ਨਾ ਕਰੀ ਜਿੰਨੀ ਉਹਦੀ ਰਹਿਮਤ ਤੇ ਤੇਰਾ ਵਿਸ਼ਵਾਸ ਬਣਿਆ ਰਹੇ। ਉਹਦੇ ਹੱਥਾਂ ਤੇ ਵਿਸ਼ਵਾਸ ਕਰ। ਇਸ ਕਰਕੇ ਨਮਸਕਾਰ ਕਰਦੇ ਕਲਗੀਧਰ ਪਾਤਸ਼ਾਹ ਨਮੋ ਪਾਨ ਪਾਨੇ। ਇੱਕ ਗੱਲ ਹੋਰ ਕਹੀ, ਕਹਿੰਦੇ ਨਮੋ ਬਾਦ ਬਾਦੇ। ਵਾਦ ਦੇ ਅਰਥ ਨੇ ਵਾਦ ਵਿਵਾਦ, ਝਗੜਾ। ਕਹਿੰਦੇ ਜਿੱਦਣ ਸੁਰਤ ਜਿਹੜੀ ਹੈ ਇੰਨੀ ਗਹਿਰੀ ਹੋ ਜਾਏ, ਰੱਬ ਦੇ ਚਰਨਾਂ ਵਿੱਚ ਲੀਵ ਲੀਨ ਹੋ ਜਾਏ, ਐਸਾ ਬੰਦਾ ਕਲੇਸ਼ ਪਏ ਦੇ ਵਿੱਚੋਂ ਵੀ ਉਹਨੂੰ ਵੇਖ ਲੈਂਦਾ ਹੈ, ਵਿਵਾਦ ਦੇ ਵਿੱਚੋਂ ਵੀ ਉਹਨੂੰ ਉਹ ਕਲੇਸ਼ ਦੁਖੀ ਨਹੀਂ ਕਰਦਾ। ਇਹ ਹੈ ਬੜਾ ਔਖਾ, ਨਹੀਂ ਤੇ ਇੱਕ ਸਭ ਤੋਂ ਵੱਡਾ ਰੋਗ ਹੈ। ਇਹ ਤਿੰਨ ਤਰ੍ਹਾਂ ਦੇ ਤਾਪ ਨੇ ਨਾ, ਤੀਨੇ ਤਾਪ ਨਿਵਾਰਨ ਹਾਰਾ। ਤਿੰਨ ਤਰ੍ਹਾਂ ਦੇ ਤਾਪ ਨੇ, ਇਹਨਾਂ ਵਿੱਚ ਸਰੀਰ ਦੇ ਰੋਗ ਨੇ, ਇਹ ਵੀ ਬੰਦਾ ਸਹਿ ਜਾਂਦਾ ਹੈ। ਸਰੀਰ ਕਰਕੇ ਰੋਗੀ ਇਹ ਦਵਾਈ ਲੈ ਲਏਗਾ। ਅਗਲੇ ਮਨ ਦੇ ਰੋਗ ਨੇ, ਉਹ ਥੋੜ੍ਹੇ ਜਿਹੇ ਇਹਦੇ ਤੋਂ ਜਟਿਲ ਨੇ ਸਰੀਰ ਤੋਂ, ਉਹਨਾਂ ਦੀ ਦਵਾਈ ਕੋਈ ਨਹੀਂ, ਉਹਨਾਂ ਦਾ ਇਲਾਜ ਵੀ ਕਿਸੇ ਕੋਲ ਨਹੀਂ ਹੈ। ਪਰ ਇੱਕ ਇਹਦੇ ਤੋਂ ਹੋਰ ਖਤਰਨਾਕ ਹਾਲਤ ਹੈ ਸੰਸਾਰ ਦੀ, ਉਹਨੂੰ ਕਹਿੰਦੇ ਨੇ ਕਲੇਸ਼, ਕਲ ਕਲੇਸ਼। ਉਹ ਇਹਦੇ ਤੋਂ ਵੀ ਜ਼ਬਰਦਸਤ। ਇਹਦੇ ਤੋਂ ਧਾਰਮਿਕ ਬੰਦਾ ਵੀ ਘਬਰਾ ਜਾਂਦਾ ਹੈ। ਨਿਤਨੇਮ ਕਿਵੇਂ ਕਰੇਗਾ? ਜਿੰਨਾ ਚਿਰ ਉਹ ਪੂਰਾ ਨਹੀਂ ਉਹਨਾਂ ਚਿਰ ਉਹਦਾ ਪ੍ਰਭਾਵ ਪੈਂਦਾ ਉਹਦੇ ਉੱਤੇ। ਇਹ ਤੇ ਕੋਈ ਗੁਰੂ ਅਰਜਨ ਦੇਵ ਹੋਣ ਨਾ, ਜਾਂ ਉਹ ਕਿਸੇ ਦੇ ਸਿਰ ਤੇ ਰੱਖ ਦੇਣ ਹੱਥ, ਬਈ ਕੱਲ ਕਲੇਸ਼ ਦਿਨ ਰਾਤ ਭਰਾ ਦਾ ਵੱਡੇ ਦਾ। ਬਾਬਾ ਪ੍ਰਿਥੀ ਚੰਦ, ਜੇ ਲੰਗਰ ਚੱਲਦੇ ਨੇ ਸੰਗਤ ਰਾਹ ਵਿੱਚ ਰੋਕ ਲਈ, ਮਾਇਆ ਆਪ ਇਕੱਠੀ ਕਰ ਲਈ, ਲੰਗਰ ਵਿੱਚ ਸੰਗਤ ਅੱਗੇ ਭੇਜ ਦਿੱਤੀ। ਜੇ ਕਿੰਨੇ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਤੇ ਜਨਮ ਹੁੰਦਿਆਂ ਸਾਰ ਪ੍ਰਬੰਧ ਕਰ ਦਿੱਤਾ, ਇੱਕ ਬੀਬੀ ਨੂੰ ਭੇਜ ਦਿੱਤਾ, ਜ਼ਹਿਰ ਦੇ ਕੇ ਦੁੱਧ ਦੇ ਰਾਹੀਂ ਖਤਮ ਕਰ ਦਿਓ। ਫਿਰ 3-4 ਵਾਰੀ ਹੋਰ ਹਮਲੇ ਕੀਤੇ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਕੇ ਵੇਖੋ, ਉਹਨਾਂ ਦਾ ਇੱਕ ਸ਼ਬਦ ਹੈ, ਕਹਿੰਦੇ ਉਲਾਹਣੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਇਹ ਗੱਲ ਵੱਖਰੀ ਹੈ। ਫਿਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸਾਰੇ ਨੂੰ ਤੋੜਨ ਦਾ ਪ੍ਰਬੰਧ ਕੀਤਾ।
ਤੋੜਿਆ ਸਭ ਕੁਝ ਨੂੰ, ਲੋਕਾਂ ਦੇ ਵਿੱਚ ਨਸ਼ਰ ਕੀਤਾ ਵੀ ਕਰਨਾ ਹੀ ਪਏਗਾ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਜੀਵਨ ਵਿੱਚ ਕੋਈ ਪ੍ਰਭਾਵ ਨਹੀਂ ਕਲ ਕਲੇਸ਼ ਦਾ। ਵਾਦ ਦੇ ਵਿੱਚ ਰਹਿਣਾ, ਵਿਵਾਦ ਦੇ ਵਿੱਚ ਰਹਿਣਾ ਤੇ ਵਿਵਾਦ ਤੋਂ ਉੱਚੇ ਰਹਿਣਾ। ਜਦੋਂ ਕਲੇਸ਼ ਹੋਵੇ ਤੇ ਉਸ ਆਵਾਜ਼ ਦੇ ਵਿੱਚੋਂ ਨਾਮ ਦੀ ਧੁਨ ਨੂੰ ਸੁਣ ਲੈਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਇੱਕ ਸੰਤ ਦੀ ਮੈਂ ਗਾਥਾ ਸੁਣੀ ਹੈ, ਸ਼ਾਇਦ ਸੁਕਰਾਤ ਹੋਣਗੇ, ਤੇ ਉਹਨਾਂ ਦੀ ਘਰਵਾਲੀ ਝਗੜਾਲੂ ਸੀ ਬਹੁਤ ਜ਼ਿਆਦਾ। ਕੁਦਰਤੀ ਹੁੰਦਾ ਹੀ ਹੈ, ਜਿਹੜਾ ਬੰਦਾ ਥੋੜ੍ਹਾ ਜਿਹਾ ਦੂਜੀ ਦੁਨੀਆ ਵਿੱਚ ਚਲਾ ਜਾਏ, ਉਹ ਗ੍ਰਸਤ ਦੇ ਤੌਰ ਤੇ ਪੂਰਾ ਨਹੀਂ ਉਤਰ ਸਕਦਾ, ਉਹਦੇ ਕੋਲ ਸਮਾਂ ਨਹੀਂ ਬਚਦਾ। ਉਹਦਾ ਵੀ ਆਪਣਾ ਇੱਕ ਜੀਵਨ ਸੀ। ਇਸ ਕਰਕੇ ਸੁਕਰਾਤ ਦਾ ਕੀ ਪਤਾ ਸੀ ਕਿੱਥੇ ਰਾਤ ਗੁਜ਼ਰ ਜਾਏ, ਕਿੱਥੇ ਦਿਨ ਨਿਕਲੇ, ਕਿੱਥੇ ਹੱਥ ਵਿੱਚ ਕਲਮ ਆ ਗਈ ਤੇ ਕੋਈ ਗੱਲ ਲਿਖਣੀ ਸ਼ੁਰੂ ਕਰ ਦਿੱਤੀ, ਕਿੱਥੇ ਕੁਝ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਉਹ ਬਹੁਤ ਝਗੜਾ ਸੀ, ਬਹੁਤ ਕਲੇਸ਼। ਜਦੋਂ ਘਰ ਆਉਣਾ ਤਾਂ ਉਹਦੇ ਵਿੱਚ ਲੜਾਈ ਝਗੜਾ ਚੱਲਦਾ। ਇੱਕ ਦਿਨ ਸੁਕਰਾਤ ਬਾਹਰੋਂ ਆਇਆ ਤੇ ਸਾਹਮਣੇ ਉਹਦੇ ਘਰ ਵਾਲੀ ਘਰੋਂ ਕੂੜਾ ਕਰਕਟ ਇਕੱਠਾ ਕਰਕੇ ਬਾਹਰ ਆ ਰਹੀ ਸੀ। ਅੱਗੋਂ ਆ ਰਿਹਾ ਸੀ ਸੁਕਰਾਤ। ਫਿਰ ਉਹਨੇ ਕੁਝ ਨਾ ਕੁਝ ਬੋਲਿਆ, ਪਰ ਸੁਕਰਾਤ ਇਹ ਇੱਕ ਐਸੀ ਉੱਚੀ ਦਸ਼ਾ ਹੈ ਜਿਹਦੇ ਵਿੱਚ ਬੰਦਾ ਜਾਗ ਪੈਂਦਾ ਹੈ। ਸੁਕਰਾਤ ਨੇ ਉਹਦਾ ਜਵਾਬ ਨਾ ਦਿੱਤਾ। ਇੱਕ ਹੋਰ ਗੁੱਸਾ ਵੱਧ ਗਿਆ। ਉਹਦੀ ਘਰਵਾਲੀ ਨੇ ਬਹੁਤ ਗੱਲਾਂ ਬਾਤਾਂ ਕਹੀਆਂ, ਸੁਕਰਾਤ ਬੋਲਿਆ ਨਹੀਂ। ਤੇ ਉਹਨੇ ਸਿਰ ਤੇ ਜੋ ਟੋਕਰਾ ਚੁੱਕਿਆ ਸੀ ਕੂੜੇ ਵਾਲਾ, ਸੁਕਰਾਤ ਦੇ ਸਿਰ ਤੇ ਸੁੱਟ ਦਿੱਤਾ ਕੂੜਾ ਸਾਰਾ। ਪਰ ਉਹਨੇ ਫਿਰ ਇੱਕ ਗੱਲ ਕਹੀ, ਕਹਿਣ ਲੱਗਾ, ਇੰਨੇ ਸਾਲਾਂ ਤੋਂ ਬੱਦਲ ਗਰਜ ਰਿਹਾ ਸੀ, ਅੱਜ ਤੇ ਮੀਂਹ ਵੀ ਪੈ ਗਿਆ, ਅੱਜ ਤੇ ਵਰਸ ਵੀ ਗਿਆ ਹੈ। ਉਹਨੂੰ ਉਹ ਪ੍ਰਭਾਵਿਤ ਨਹੀਂ ਕਰ ਸਕੀ, ਵਿਵਾਦ ਦੇ ਵਿੱਚ ਨਹੀਂ ਲਿਆ ਸਕੀ, ਵਿਵਾਦਿਤ ਨਹੀਂ ਕਰ ਸਕੀ। ਇਹ ਸਾਰਿਆਂ ਦੇ ਵਿੱਚ ਨਹੀਂ ਹੁੰਦਾ, ਕੋਈ ਸਰੀਰ ਇਸ ਤਰ੍ਹਾਂ ਦਾ ਹੁੰਦਾ ਹੈ, ਕੁਦਰਤ ਵੱਲੋਂ ਤਿਆਰ ਕੀਤਾ ਜਾਂਦਾ ਉਹਨੂੰ ਉਸ ਤਰ੍ਹਾਂ ਦੇ ਢੰਗ ਨਾਲ। ਉਹ ਵਿਵਾਦਾਂ ਦੇ ਵਿੱਚ ਰਹਿੰਦਾ ਹੋਇਆ ਵਿਵਾਦਾਂ ਤੋਂ ਉੱਚਾ ਰਹਿੰਦਾ ਹੈ। ਬੜਾ ਕਠਿਨ। ਨਹੀਂ ਤੇ ਥੋੜ੍ਹਾ ਜਿਹਾ ਕਲਗੀਧਰ ਪਾਤਸ਼ਾਹ ਕੋਲ ਇੱਕ ਸੱਜਣ ਆਇਆ ਸੀ, ਸਰੀਰ ਤੇ ਸੁਆਹ ਮਲੀ ਸੀ, ਕੋਈ ਸੰਨਿਆਸੀ ਹੋਵੇਗਾ। ਦਰਬਾਰ ਵਿੱਚ ਆਇਆ ਤੇ ਹਜ਼ੂਰ ਨੇ ਵੇਖਿਆ ਵੀ ਸੁਆਹ ਮਲੀ ਫਿਰਦਾ ਹੈ, ਅੰਦਰੋਂ ਤਾਂ ਪ੍ਰੋਗਰਾਮ ਇਹਦਾ ਠੀਕ ਠਾਕ ਹੀ ਹੈ। ਉਹਨਾਂ ਲੋਕਾਂ ਤੇ ਗੁਰੂ ਸਾਹਿਬ ਨੂੰ ਬੜਾ ਤਰਸ ਆਉਂਦਾ, ਜਿਹੜੇ ਭੇਖ ਵਿਖਾਉਂਦੇ ਨੇ, ਕਰਦੇ ਕੁਝ ਨਹੀਂ। ਹਜ਼ੂਰ ਨੇ ਪੁੱਛਿਆ ਕਿ ਯੋਗੀ ਰਾਜ ਨਾਂ ਕੀ ਤੁਹਾਡਾ? ਕਹਿਣ ਲੱਗੇ ਜੀ ਸੀਤਲ ਦਾਸ। ਬੈਠ ਗਏ। ਫਿਰ ਪੁੱਛਿਆ ਜੀ ਥੋੜ੍ਹੇ ਚਿਰ ਬਾਅਦ ਤੁਹਾਡਾ ਨਾਂ ਕੀ ਹੈ? ਥੋੜ੍ਹਾ ਜਿਹਾ ਕੌੜੀ ਜੀ ਅੱਖ ਨਾਲ ਕਿਹਾ ਸੀਤਲ ਦਾਸ। ਫਿਰ 5-7 ਮਿੰਟ ਲੰਘ ਗਏ, ਕੋਲ ਸਿੱਖ ਵੀ ਸਨ, ਤੇ ਫਿਰ ਤੀਜੀ ਵਾਰੀ ਪੁੱਛਿਆ ਨਾਮ ਕੀ ਹੈ? ਅੱਖਾਂ ਲਾਲ ਹੋ ਗਈਆਂ। ਕਹਿਣ ਲੱਗੇ ਦੱਸਿਆ ਤੇ ਹੈ ਸੀਤਲ ਦਾਸ, ਤੁਹਾਨੂੰ ਪਤਾ ਨਹੀਂ ਲੱਗਦਾ? ਤੇ 10 ਮਿੰਟ ਲੰਘ ਕੇ ਫਿਰ ਪੁੱਛ ਲਿਆ ਨਾਮ ਕੀ ਹੈ। ਜਦੋਂ ਚੌਥੀ ਵਾਰੀ ਪੁੱਛਿਆ ਤੇ ਉੱਠ ਕੇ ਖੜਾ ਹੋ ਗਿਆ। ਕਹਿਣ ਲੱਗੇ ਕਮਾਲ ਦੀ ਗੱਲ ਹੈ। ਕ੍ਰੋਧ ਅੱਖਾਂ ਵਿੱਚੋਂ, ਸਰੀਰ ਕੰਬਣ ਲੱਗ ਪਿਆ। ਹਜ਼ੂਰ ਨੇ ਕਿਹਾ ਬਸ ਰਹਿਣ ਦਿਓ, ਬੈਠ ਜਾਓ, ਪਤਾ ਲੱਗ ਗਿਆ ਤੁਸੀਂ ਸੀਤਲ ਦਾਸ ਨਹੀਂ, ਤੁਸੀਂ ਤੇ ਭਾਂਬੜ ਦਾਸ ਹੋ। ਮੈਂ ਸੋਚਿਆ ਸੀ ਆਹ ਸਵਾਹ ਜਿਹੜੀ ਤੁਸੀਂ ਮਲੀ ਹੈ, ਇਹ ਤੁਸੀਂ ਨਾਸ਼ਮਾਨਤਾ ਦਾ ਸਿਗਨਲ ਦਿੱਤਾ ਸਰੀਰ ਤੇ ਵੀ ਸਰੀਰ ਨੇ ਸਵਾਹ ਹੋ ਜਾਣਾ, ਪਰ ਗੱਲ ਤਾਂ ਇਹ ਹੈ ਨਹੀਂ ਸੀਤਲ ਦਾਸ ਜੀ। ਅਸਲ ਵਿੱਚ ਤੁਹਾਡੇ ਅੰਦਰ ਅੱਗ ਹੀ ਇੰਨੀ, ਉਹਦਾ ਧੂੰ ਬਾਹਰਲੇ ਪਾਸੇ ਆ ਗਿਆ ਤਾਂ ਸਰੀਰ ਕਾਲਾ ਹੋ ਗਿਆ। ਕ੍ਰੋਧ ਇੰਨਾ ਹੈ, ਗੁੱਸਾ ਇੰਨਾ ਹੈ। ਇਹ ਵੇਖੋ ਉਸ ਗੁਰੂ ਦੀ ਗੱਲ ਹੈ ਜਿਹਦੇ ਹੱਥ ਵਿੱਚ 8 ਪੈਰ ਤੀਰਾਂ ਵਾਲਾ ਪੱਥਾ ਤੇ ਤਲਵਾਰ ਹੁੰਦੀ ਸੀ। ਨਹੀਂ ਤੇ ਸਾਡੇ ਵਰਗੇ ਹੁੰਦੇ ਕਹਿੰਦੇ 2-4 ਲਾ ਦਿਓ, ਇਸ ਨੂੰ ਗਲਤ ਬੋਲਿਆ ਹੈ। ਸਾਡੀ ਜਿਹੜਾ ਸਿਪਾਹੀ ਪੁਣਾ ਨਾ, ਤੁਸੀਂ ਜਾਣਦੇ ਹੀ ਹੋ ਵੀ ਜੇ ਹੱਥ ਵਿੱਚ ਕੋਈ ਆ ਗਈ ਨਾ ਚੀਜ਼, ਫਲਾਣੀ ਦੁਕਾਨ ਤੇ ਗਿਆ ਸਾ, ਉਹਨੇ ਸੌਦਾ ਨਹੀਂ ਤੋਲਿਆ,
ਉਹਨੂੰ ਪਾਰ ਲੰਘਾ ਦਿੱਤਾ, ਠੀਕ ਹੈ ਜੀ, ਸੰਘਰਸ਼ ਪੂਰਾ ਹੋ ਗਿਆ। ਸਿਪਾਹੀ ਬਣਨ ਵਾਸਤੇ ਪਹਿਲਾਂ ਸੰਤ ਬਣਨਾ ਚਾਹੀਦਾ, ਨਹੀਂ ਤੇ ਉਹ ਸਿਪਾਹੀ ਇਕੱਲਾ ਸਿਪਾਹੀ ਰਹਿ ਜਾਏਗਾ, ਨੁਕਸਾਨ ਕਰਾਏਗਾ ਆਪਣਾ ਵੀ, ਦੂਜਿਆਂ ਦਾ ਵੀ ਕਰਾਏਗਾ। ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਸਿਪਾਹੀ ਹੈ ਉਹ ਇੰਨਾ ਵੱਡਾ ਸੰਤ ਹੈ ਕਿ ਉਹਨੂੰ ਕੋਈ ਉਤੇਜਿਤ ਨਾ ਕਰ ਸਕੇ। ਜਦੋਂ ਉਹਨੇ ਕਾਰਵਾਈ ਕਰਨੀ ਹੈ ਕਿਸੇ ਸਿਸਟਮ ਵਿੱਚ ਕਰੇਗਾ, ਕਿਸੇ ਕ੍ਰੋਧ ਵਿੱਚ ਨਹੀਂ, ਫਿਰ ਉਹ ਪੂਰਾ ਹੋਵੇਗਾ। ਇਸ ਕਰਕੇ ਹਜ਼ੂਰ ਕਹਿੰਦੇ ਨਮੋ ਬਾਦ ਬਾਦੇ, ਵਿਵਾਦਾਂ ਦੇ ਵਿੱਚ ਵੀ ਤੂੰ, ਤੇਰੇ ਦੀਦਾਰ ਹੁੰਦੇ ਨੇ, ਉੱਥੇ ਵੀ ਤੂੰ ਹੀ ਝਗੜ ਰਿਹਾ ਇੱਕ ਦੂਜੇ ਨਾਲ। ਫਿਰ ਬਚਨ ਕੀਤੇ ਕਹਿੰਦੇ ਅਨੰਗੀ ਅਨਾਮੇ, ਅੰਗਾਂ ਤੋਂ ਰਹਿਤ ਹੈ, ਕੱਲ ਇਹਦੀ ਵਿਆਖਿਆ ਆ ਚੁੱਕੀ ਹੈ, ਨਾਮਾਂ ਤੋਂ ਰਹਿਤ ਹੈ। ਕਹਿੰਦੇ ਸਮਸਤੀ ਸਰੂਪੇ, ਸਮਸਤੀ ਕਹਿੰਦੇ ਸਾਰਾ ਸਰੂਪ ਤੇਰਾ ਹੀ ਹੈ, ਸਗਲ ਸਮਗਰੀ ਜਾਂ ਕਾ ਤਨਾ, ਆ ਜੋ ਕੁਝ ਦਿਸ ਰਿਹਾ ਤੇਰਾ ਹੀ ਸਰੀਰ ਹੈ। ਜੀਵ ਜੰਤ ਰੁੱਖ ਬਿਰਖ ਪਹਾੜ ਚੰਦਰਮਾ ਸੂਰਜ ਤਾਰੇ ਸਿਆਰੇ, ਇਹ ਤੇਰੇ ਹੀ ਤੇ ਅੰਗ ਨੇ, ਤੇਰੀ ਦੇਹ ਹੈ। ਸਮਸਤੀ ਸਰੂਪੇ ਪਰਭੰਗੀ ਪਰਮਾਥੇ, ਕੱਲ ਇਹਦੀ ਵਿਆਖਿਆ ਆ ਚੁੱਕੀ ਹੈ। ਪਰਭੰਗੀ ਚੰਗੀ ਤਰ੍ਹਾਂ ਭੰਗ ਕਰਨ ਵਾਲਾ, ਬਣਾਉਂਦਾ ਹੈ ਫਿਰ ਭੰਗ ਵੀ ਕਰ ਦਿੰਦਾ, ਤੋੜ ਵੀ ਦਿੰਦਾ, ਬਣਾਉਂਦਾ ਫਿਰ ਭੰਗ ਕਰ ਦਿੰਦਾ, ਤੇ ਚੰਗੀ ਤਰ੍ਹਾਂ ਭੰਗ ਕਰਦਾ ਹੈ। ਪਰਮਾਥੇ ਮੰਥਨ ਕਰਦਾ ਹੈ, ਪਰਮੰਥਨ ਕਰਦਾ ਹੈ। ਫਿਰ ਕਹਿੰਦੇ ਸਮਸਤੀ ਬੇਭੂਤੇ, ਬੇਭੂਤ ਕਹਿੰਦੇ ਨੇ ਸ਼ਕਤੀ ਨੂੰ, ਸਾਰੀਆਂ ਸ਼ਕਤੀਆਂ ਤੇਰੇ ਹੱਥਾਂ ਵਿੱਚ ਨੇ, ਸਾਰੀਆਂ ਤਾਕਤਾਂ ਤੇਰੇ ਕੋਲ ਨੇ, ਤੂੰ ਤਾਕਤ ਦਾ ਸਮੁੰਦਰ ਹੈ। ਅਗਲਾ ਬਚਨ ਕੀਤਾ ਕਹਿੰਦੇ ਕਲੰਕੰ ਬਿਨਾ, ਤੈਨੂੰ ਕੋਈ ਦਾਗ ਨਹੀਂ ਲੱਗਾ, ਕਲੰਕ ਤੋਂ ਬਿਨਾ ਹੈ। ਅੱਗੇ ਇੱਕ ਬਚਨ ਕੀਤਾ ਕਹਿੰਦੇ ਨੇ ਕਲੰਕੀ ਸਰੂਪੇ, ਇਹਦੇ ਅਰਥ ਵਿਦਵਾਨਾਂ ਨੇ ਇਹ ਕੀਤੇ ਨੇ ਖੋਜ ਕਰਕੇ, ਨਾ ਤੈਨੂੰ ਕੋਈ ਕਲੰਕ ਹੈ, ਤੇ ਜਿਹੜੇ ਲੋਕਾਂ ਨੂੰ ਕਲੰਕ ਲੱਗ ਜਾਂਦੇ ਨੇ ਉਹਨਾਂ ਵਿੱਚ ਵੀ ਤੂੰ ਹੀ ਹੈ, ਕਲੰਕ ਸਰੂਪ ਵੀ ਤੂੰ ਹੈ। ਤੈਨੂੰ ਵੀ ਕੋਈ ਦਾਗ ਹੈ, ਤੈਨੂੰ ਇੱਕੋ ਹੀ ਦਾਗ ਹੈ ਪ੍ਰੀਤ ਦਾ, ਪ੍ਰੇਮ ਦਾ। ਜਿਨ੍ਹਾਂ ਨੇ ਤੈਨੂੰ ਪ੍ਰੇਮ ਕੀਤਾ ਉਹਨਾਂ ਦੇ ਪ੍ਰੇਮ ਨਾਲ ਤੂੰ ਦਾਗਿਆ ਗਿਆ। ਜਿਹਨੂੰ ਭਗਤ ਜੀ ਨੇ ਕਿਹਾ ਕਹਿੰਦੇ ਜਬ ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, अपने छूटन को जतन करो हम छूटे तुम आराधे। ਭਗਤਾਂ ਨੇ ਕਿਹਾ ਤੂੰ ਸਾਨੂੰ ਬੰਨਿਆ ਸੀ ਕਾਮ ਕ੍ਰੋਧ ਲੋਭ ਵਿੱਚ, ਉਹਦੇ ਕਲੰਕ ਲਾ ਦਿੱਤੇ, ਹੁਣ ਅਸੀਂ ਵੀ ਤੈਨੂੰ ਇੱਕ ਕਲੰਕ ਲਾਇਆ ਪ੍ਰੇਮ, ਇਹਨੂੰ ਧੋ ਕੇ ਵਿਖਾ, ਨਹੀਂ ਧੁਪੇਗਾ। ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਇਹ 50ਵਾਂ ਛੰਦ ਹੈ। ਸਮੇਂ ਦੀ ਹੁਣ ਸਮਾਪਤੀ, ਵਿਸ਼ਾ ਕਾਫੀ ਵਿਆਖਿਆ ਮੰਗਦਾ। ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਕੱਲ ਦੇ ਵਿਸ਼ਿਆਂ ਦੇ ਨਾਲ ਇਹਨੂੰ ਫਿਰ ਜੋੜ ਕੇ ਵਿਚਾਰਿਆ ਜਾਏਗਾ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ।